ਆਓ ਸੁਣੀਏ ਧੂੜ ਭਰੇ ਰਾਹ ਸਫ਼ਰਨਾਮਾ ਅਸ਼ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ ਪੜ੍ਹੀਏ। ਤੇ ਇਸ ਵਿੱਚ ਲੇਖਕ ਨੇ ਆਪਣੀ ਪੜ੍ਹਾਈ ਤੇ ਗਰੀਬੀ ਦੀ ਹਾਲਤ ਨੂੰ ਬਿਆਨਿਆ ਹੈ। ਤੇ ਚਲੋ ਫਿਰ ਆਪਾਂ ਪੜ੍ਹੀਏ ਧੂੜ ਭਰੇ ਰਾਹ। ਮੇਰੀ ਮੁੱਢਲੀ ਤਾਲੀਮ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਪ੍ਰਸਿੱਧ ਕਵੀ ਹਾਸ਼ਮ ਸ਼ਾਹ ਉਂਝ ਤਾਂ ਪਿੰਡ ਜਗਦੇਵ ਦੇ ਰਹਿਣ ਵਾਲੇ ਸਨ, ਜੋ ਰਾਵੀ ਤੋਂ ਪਾਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ, ਪਰ ਉਹਨਾਂ ਨੂੰ ਪਿੰਡ ਥਰਪਾਲ ਵਿੱਚ ਜਗੀਰ ਮਿਲੀ ਹੋਈ ਸੀ। ਉਹਨਾਂ ਦਾ ਪੁੱਤਰ ਸੀ ਮੀਆਂ ਹਯਾਤ ਸ਼ਾਹ। ਮੀਆਂ ਹਯਾਤ ਸ਼ਾਹ ਵੀ ਆਪਣੇ ਪਿਤਾ ਵਾਂਗ ਪੰਜਾਬੀ ਦਾ ਕਵੀ ਸੀ। ਜਦੋਂ ਮੈਂ 4.5 ਕੁ ਸਾਲਾਂ ਦਾ ਹੋਇਆ ਤਾਂ ਮੇਰੇ ਪਿਤਾ ਨੇ ਮੈਨੂੰ ਮੀਆਂ ਹਯਾਤ ਸ਼ਾਹ ਕੋਲ ਪੜ੍ਹਨੇ ਪਾ ਦਿੱਤਾ। ਪਿੰਡ ਥਰਪਾਲ ਰਤਾ ਕੁ ਹਟਵਾਂ ਪਹਾੜ ਵਾਲੇ ਪਾਸੇ ਉਸੇ ਸੜਕ 'ਤੇ ਹੈ ਜੋ ਨਾਰੋਵਾਲ ਵੱਲੋਂ ਲਾਹੌਰ ਨੂੰ ਜਾਂਦੀ ਹੈ। ਰਈਏ ਤਹਿਸੀਲ ਵਿੱਚ ਇੱਕ ਪ੍ਰਾਇਮਰੀ ਸਕੂਲ ਸੀ। ਮੇਰੀ ਦਾਦੀ ਦੀ ਭੈਣ ਦਾ ਪੋਤਰਾ ਅਮਰ ਸਿੰਘ ਉਸ ਸਕੂਲ ਵਿੱਚ ਪੜ੍ਹਦਾ ਸੀ। ਉਸ ਦੀ ਪ੍ਰੇਰਨਾ ਨਾਲ ਮੇਰੇ ਪਿਤਾ ਨੇ ਮੈਨੂੰ ਵੀ ਪਿੰਡ ਦੇ ਮੀਆਂ ਜੀ ਪਾਸੋਂ ਉਠਾ ਕੇ ਤਹਿਸੀਲ ਵਾਲੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਾ ਦਿੱਤਾ। ਇਹ ਗੱਲ ਹੈ ਸੰਨ 1902 ਦੀ। ਇਸ ਸਕੂਲ ਵਿੱਚੋਂ ਹੀ ਸੰਨ 1902 ਵਿੱਚ ਮੈਂ 5ਵੀਂ ਜਮਾਤ ਪਾਸ ਕੀਤੀ। ਸਾਡਾ ਪਹਿਲੀ ਜਮਾਤ ਦਾ ਇਮਤਿਹਾਨ ਨਾਰੋਵਾਲ ਤੋਂ ਲਾਹੌਰ ਨੂੰ ਜਾਣ ਵਾਲੀ ਸੜਕ ਉੱਤੇ ਤਹਿਸੀਲ ਰਈਆ ਤੋਂ 3 ਮੀਲਾਂ ਦੀ ਵਿੱਥ ਉੱਤੇ ਇੱਕ ਪ੍ਰਸਿੱਧ ਕਸਬਾ ਹੈ ਬਾਠਾਂ ਵਾਲਾ। ਬਾਠਾਂ ਵਾਲੇ ਵੀ ਪ੍ਰਾਇਮਰੀ ਸਕੂਲ ਸੀ, ਸੜਕ ਦੇ ਕੰਢੇ ਉੱਤੇ ਸੀ। ਸੰਨ 1898 ਵਿੱਚ ਇੰਸਪੈਕਟਰ ਇਮਤਿਹਾਨ ਲੈਣ ਆਇਆ। ਉਸਨੇ 4-5 ਸਕੂਲਾਂ ਦੇ ਸਾਰੇ ਮੁੰਡੇ ਬਾਠਾਂ ਵਾਲੇ ਇਕੱਠੇ ਕਰਾ ਲਏ। ਮੈਂ ਤਦੋਂ ਪਹਿਲੀ ਜਮਾਤ ਦਾ ਇਮਤਿਹਾਨ ਦੇਣਾ ਸੀ। ਮੈਂ ਆਪਣੀ ਜਮਾਤ ਵਿੱਚ ਸਭ ਤੋਂ ਛੋਟਾ ਮੁੰਡਾ ਸਾਂ। ਮੇਰਾ ਪਿਤਾ ਮੇਰੇ ਨਾਲ ਗਿਆ। ਮੇਰਾ ਦਿਲ ਵਧਾਉਣ ਵਾਸਤੇ ਮੇਰੇ ਪਿਤਾ ਨੇ ਮੈਨੂੰ ਇੱਕ ਧੇਲਾ ਦਿੱਤਾ। 1 ਪੈਸੇ ਦੇ 2 ਧੇਲੇ ਹੁੰਦੇ ਸਨ। ਉਸ ਜ਼ਮਾਨੇ ਵਿੱਚ ਧੇਲਾ ਬੜੀ ਚੀਜ਼ ਹੁੰਦੀ ਸੀ। ਬਾਠਾਂ ਵਾਲੇ ਦੇ ਸਕੂਲ ਵਿੱਚ ਨਵੇਂ ਵੱਡੇ ਫੂਹੜ ਮੰਗਾਏ ਗਏ ਸਨ। ਉਹ ਧੇਲੇ ਮੈਂ ਫੂਹੜ ਦੇ ਵਿੱਚੋਂ ਹੀ ਹੇਠਾਂ ਵਗਾ ਦਿੱਤਾ। ਇਤਨੇ ਵੱਡੇ ਫੂਹੜ ਵਿੱਚ ਉਹ ਧੇਲਾ ਮੈਥੋਂ ਮੁੜ ਨਿਕਲ ਨਾ ਸਕਿਆ। ਸਾਨੂੰ ਸਾਰੇ ਮੁੰਡਿਆਂ ਨੂੰ ਸੜਕ ਦੇ ਦੋਹੀਂ ਪਾਸੇ ਪੁੱਟੀਆਂ ਹੋਈਆਂ ਖਾਲੀਆਂ ਵਿੱਚ ਬਿਠਾ ਦਿੱਤਾ ਗਿਆ। ਇੰਸਪੈਕਟਰ ਆਇਆ। ਆਉਂਦਿਆਂ ਹੀ ਉਹ ਕਿਸੇ ਗੱਲੇ ਸਾਡੇ ਸਕੂਲ ਦੇ ਹੈੱਡਮਾਸਟਰ ਕਾਜ਼ੀ ਜਲਾਲਦੀਨ ਨਾਲ ਨਾਰਾਜ਼ ਹੋ ਗਿਆ। ਕਾਜ਼ੀ ਜੀ ਨੂੰ ਉਸਨੇ ਉੱਥੋਂ ਪਰੇ ਬਾਹਰ ਕੱਢ ਦਿੱਤਾ ਤੇ ਗੁੱਸੇ ਨਾਲ ਲੋਹਾ ਲਾਖਾ ਹੋਇਆ ਉਹ ਸਿੱਧਾ ਉੱਥੇ ਆ ਗਿਆ ਜਿੱਥੇ ਸਾਡੇ ਪਹਿਲੀ ਜਮਾਤ ਦੇ ਜੋ ਵਿਦਿਆਰਥੀ ਸਨ ਉਹ ਬੈਠੇ ਸਨ ਜਾਂ ਪਹਿਲੀ ਜਮਾਤ ਬੈਠੀ ਹੋਈ ਸੀ। ਜਮਾਤ ਦੇ ਸ਼ੁਰੂ ਵਿੱਚ ਹੀ ਮੈਂ ਬੈਠਾ ਹੋਇਆ ਸਾਂ। ਆਉਂਦਿਆਂ ਹੀ ਉਸਨੇ ਕੜਕ ਕੇ ਮੈਨੂੰ ਆਖਿਆ, 3 ਕਾ ਪਹਾੜਾ ਸੁਣਾਓ। ਉਸਦਾ ਕਾਲਾ ਚਿਹਰਾ ਵੇਖ ਕੇ ਮੈਂ ਅਤੇ ਸਾਰੇ ਮੁੰਡੇ ਸਹਿਮ ਜੇ ਗਏ। ਪਰ ਜਦੋਂ ਉਸਨੇ ਕੜਕ ਕੇ ਮੈਨੂੰ ਪਹਾੜਾ ਸੁਣਾਉਣ ਲਈ ਆਖਿਆ, ਮੈਂ ਵੀ ਅੱਗੋਂ ਕੜਕ ਕੇ ਹੀ ਸੁਣਾਇਆ। ਇੰਸਪੈਕਟਰ ਬਹੁਤ ਖੁਸ਼ ਹੋਇਆ। ਉਸਨੇ ਸਾਡੇ ਕਾਜ਼ੀ ਜੀ ਨੂੰ ਵਾਪਸ ਬੁਲਾ ਲਿਆ ਤੇ ਉਹਨਾਂ ਦੇ ਸਾਹਮਣੇ ਮੈਨੂੰ ਸ਼ਾਬਾਸ਼ ਆਖਿਓਸ। ਮੇਰੇ ਪਿਤਾ ਵੀ ਲਾਂਬੇ ਖੜਾ ਸੁਣ ਰਿਹਾ ਸੀ। ਉਸਨੇ ਤਾਂ ਖੁਸ਼ ਹੋਣਾ ਹੀ ਸੀ। ਇਮਤਿਹਾਨ ਖਤਮ ਹੋਇਆ ਤੇ ਸਾਨੂੰ ਸਭ ਮੁੰਡਿਆਂ ਨੂੰ ਛੁੱਟੀ ਹੋ ਗਈ। ਕਾਜ਼ੀ ਜਲਾਲਦੀਨ ਜੀ ਨਾਰੋਵਾਲ ਦੇ ਰਹਿਣ ਵਾਲੇ ਸਨ। ਹਰ ਸ਼ਨੀਚਰਵਾਰ ਲੌਡੇ ਵੇਲੇ ਉਹ ਸਕੂਲੋਂ ਆਪਣੇ ਘਰ ਚਲੇ ਜਾਇਆ ਕਰਦੇ ਸਨ। ਸਾਡਾ ਪਿੰਡ ਉਸ ਸੜਕ ਦੇ ਉੱਤੇ ਸੀ, ਰਤਾ ਕੁ ਹਟਵਾਂ। ਕਾਜ਼ੀ ਜੀ ਕਦੇ-ਕਦੇ ਸਾਡੇ ਪਿੰਡ ਵਿੱਚੋਂ ਹੀ ਹੋ ਕੇ ਲੰਘਦੇ, ਮੇਰੇ ਪਿਤਾ ਜੀ ਨੂੰ ਮਿਲਦੇ ਤੇ ਮੇਰੀ ਬਾਬਤ ਇਹ ਪ੍ਰੇਰਨਾ ਵੀ ਕਰ ਜਾਇਆ ਕਰਦੇ ਸਨ ਕਿ ਇਸ ਬੱਚੇ ਨੂੰ ਪ੍ਰਾਇਮਰੀ ਤੋਂ ਅਗਾਂਹ ਮਿਡਲ ਸਕੂਲ ਵੀ ਜ਼ਰੂਰ ਦਾਖਲ ਕਰਵਾਉਣਾ। ਮੇਰਾ ਪਿਤਾ ਭਾਵੇਂ ਬਹੁਤ ਗਰੀਬ ਸੀ, ਪਰ ਉਸਨੂੰ ਕਾਜ਼ੀ ਦੀ ਨਿੱਤ ਦੀ ਪ੍ਰੇਰਨਾ ਨਾਲ ਹੌਸਲਾ ਬਣਨ ਲੱਗ ਪਿਆ। ਸਾਡੇ ਪਿੰਡ ਦਾ ਚੌਗਿਰਦਾ ਤੇ ਸਾਡਾ ਘਰ ਥਰਪਾਲ ਦੀ ਸੜਕ ਤੋਂ ਪਹਾੜ ਪਾਸੇ ਦੀ ਸਾਰੀ ਜ਼ਮੀਨ ਬੜੀ ਕਲਰਾਠੀ ਸੀ। ਲੋਕ ਉਸ ਵਿੱਚ ਆਮ ਤੌਰ 'ਤੇ ਮੂੰਜੀ ਝੋਨਾ ਹੀ ਬੀਜਿਆ ਕਰਦੇ ਸਨ ਤੇ ਫਸਲਾਂ ਨੂੰ ਖੂਹਾਂ ਦਾ ਪਾਣੀ ਦਿਆ ਕਰਦੇ ਸਨ। ਉਹ ਕਮਾਦ ਵੀ ਆਮ ਬੀਜਦੇ ਸਨ। ਸੜਕ ਤੋਂ ਦੱਖਣ ਵਾਲੇ ਪਾਸੇ ਦੀ ਜ਼ਮੀਨ ਰੇਤਲੀ ਸੀ।
ਸੜਕ ਦੇ ਨਾਲ ਹੀ ਦੱਖਣ ਵਾਲੇ ਪਾਸੇ ਇੱਕ ਨਾਲਾ ਵਗਦਾ ਸੀ, ਜਿਹੜਾ 4-5 ਮੀਲ ਉਤਲੇ ਪਾਸਿਓਂ ਦਰਿਆ ਰਾਵੀ ਵਿੱਚੋਂ ਨਿਕਲਦਾ ਸੀ। ਰਾਵੀ ਦਾ ਜੋ ਦਰਿਆ ਸੀ ਸੜਕ ਤੋਂ ਸਿਰਫ 3 ਮੀਲਾਂ ਦੀ ਵਿੱਥ ਉੱਤੇ ਸੀ। ਸੋ ਸੜਕ ਦੇ ਦੱਖਣ ਪਾਸੇ ਦੀ ਸਾਰੀ ਜ਼ਮੀਨ ਰੇਤਲੀ ਸੀ ਅਤੇ ਸਾਰੇ ਬੇਲਾ ਹੀ ਬੇਲਾ ਸੀ। ਉਸ ਜ਼ਮੀਨ ਵਿੱਚ ਸਾਡੇ ਪਿੰਡ ਦੀ ਵੀ ਮਾਲਕੀ ਸੀ। ਜ਼ਿਮੀਂਦਾਰ ਲੋਕ ਉਸ ਵਿੱਚ ਕਣਕ, ਛੋਲੇ ਅਤੇ ਮਸਰ ਬੀਜਿਆ ਕਰਦੇ ਸਨ। ਸਾਡੇ ਪਿੰਡਾਂ ਦੇ ਮਸਰ ਖਾਣ ਵਿੱਚ ਬਹੁਤ ਸੁਆਦਲੇ ਹੁੰਦੇ ਹਨ। ਪਿੰਡ ਥਰਪਾਲ ਦੇ ਚੜ੍ਹਦੇ ਅਤੇ ਲਹਿੰਦੇ ਪਾਸੇ ਛੱਪੜ ਸਨ। ਚੜ੍ਹਦੇ ਪਾਸੇ ਤਾਂ ਇੱਕ ਲੰਮਾ ਛੱਪੜ ਸੀ, ਉਸ ਨੂੰ ਲੋਕ ਢਾਬ ਆਖਦੇ ਸਨ। ਲਹਿੰਦੇ ਪਾਸੇ 3 ਛੱਪੜ ਸਨ। ਆਪੋ ਵਿੱਚ ਉਹਨਾਂ ਦੀ ਵਿੱਥ 3-4 ਕਦਮਾਂ ਦੀ ਹੀ ਸੀ। ਲੋਕ ਆਪਣੇ ਘਰਾਂ ਦੀਆਂ ਕੰਧਾਂ ਬਣਾਉਣ ਵੇਲੇ ਨੇੜਿਓਂ ਹੀ ਮਿੱਟੀ ਪੁੱਟ ਲੈਂਦੇ ਸਨ ਅਤੇ ਕੋਠਿਆਂ ਦੀ ਲਿਪਾਈ ਵਾਸਤੇ ਵੀ ਉੱਥੋਂ ਗਾਰਾ ਬਣਾ ਲੈਂਦੇ ਸਨ। ਇਸ ਤਰ੍ਹਾਂ ਦੇ ਛੱਪੜ ਤਕਰੀਬਨ ਸਭ ਪਿੰਡਾਂ ਦੇ ਨੇੜੇ ਹੀ ਹੋਇਆ ਕਰਦੇ ਸਨ। ਪਿੰਡ ਵਿੱਚ 3 ਗਲੀਆਂ ਸਨ। ਇੱਕ ਪਿੰਡ ਦੇ ਪਹਾੜ ਵਾਲੇ ਪਾਸੇ ਵੱਲੋਂ ਪਿੰਡ ਵਿੱਚੋਂ ਦੀ ਪਾਰ ਦੱਖਣ ਵਾਲੇ ਪਾਸੇ ਲੰਘ ਜਾਂਦੀ ਸੀ। ਇਸ ਨੂੰ ਵਿਚਲੀ ਵੀਹੀ ਆਖਦੇ ਸਨ। ਤਦੋਂ ਤਾਂ ਸਮਝ ਨਹੀਂ ਸੀ ਕਿ ਵੀਹੀ ਕਿਸ ਬਲਾ ਦਾ ਨਾਂ ਹੈ, ਪਰ ਇਹ ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ ਵੀਥੀ ਦਾ ਪ੍ਰਕਿਰਤਿਕ ਅਤੇ ਪੰਜਾਬੀ ਰੂਪ ਹੈ। ਵੀਥੀ ਦਾ ਅਰਥ ਹੈ ਗਲੀ। ਵਿਚਲੀ ਵੀਹੀ ਉਹ ਗਲੀ ਜੋ ਪਿੰਡ ਦੇ ਵਿੱਚੋਂ ਦੀ ਦੁਸਾਰ ਪਾਰ ਲੰਘਦੀ ਹੋਵੇ। ਦੂਜੀਆਂ 2 ਗਲੀਆਂ ਸਨ ਪਿੰਡ ਦੇ ਲਹਿੰਦੇ ਪਾਸੇ ਦੇ ਹਿੱਸੇ ਵਿੱਚ। ਉਹ ਗਲੀਆਂ ਛੋਟੀਆਂ ਸਨ ਅਤੇ ਵਿਚਲੀ ਵੀਹੀ ਦੇ ਉਰੇ ਹੀ ਮੁੱਕ ਜਾਂਦੀਆਂ ਸਨ। ਸਾਡਾ ਪਿੰਡ ਇਹਨਾਂ 2 ਗਲੀਆਂ ਵਿੱਚੋਂ ਪਹਾੜ ਵਾਲੇ ਪਾਸੇ ਦੀ ਗਲੀ ਦੇ ਸਿਰੇ ਉੱਤੇ ਸੀ। ਪਿੰਡ ਦੇ ਲਹਿੰਦੇ ਪਾਸੇ ਦੇ ਛੱਪੜ ਸਾਡੇ ਘਰ ਤੋਂ ਬਿਲਕੁਲ ਨੇੜੇ ਹੀ ਸਨ। ਵਰਖਾ ਰੁੱਤੇ ਹਰ ਸਾਲ ਸਾਡੇ ਪਿੰਡ ਦੇ ਲੋਕਾਂ ਵਾਸਤੇ ਇੱਕ ਬਿਪਤਾ ਭਰਿਆ ਤਮਾਸ਼ਾ ਬਣਿਆ ਕਰਦਾ ਸੀ। 3-4 ਦਿਨ ਪੂਰੇ ਦੀ ਹਵਾ ਵਗਣ ਪਿੱਛੋਂ ਜਦੋਂ ਲਹਿੰਦੇ ਪਹਾੜ ਦੀ ਗੁੱਠੋਂ ਕਾਲੀਆਂ ਘਟਾਵਾਂ ਚੜ੍ਹਦੀਆਂ ਤਾਂ ਜੱਟਾਂ ਨੇ ਆਖਣਾ, ਬੱਦਲ ਚੜ੍ਹਿਆ ਟੀਲਿਓਂ, ਗਾਂ ਮੈਂ ਨਾ ਖੁੱਲੀ ਕਿੱਲਿਓਂ। ਟੀਲਾ ਜ਼ਿਲ੍ਹਾ ਜੇਹਲਮ ਵਿੱਚ ਬਾਲਨਾਥ ਜੋਗੀ ਦਾ ਪ੍ਰਸਿੱਧ ਅਸਥਾਨ ਹੈ। ਕਿਸਮਤ ਜਾਗਣ ਦੇ ਰਾਹ ਉੱਤੇ ਜਨਵਰੀ ਸੰਨ 1902 ਵਿੱਚ ਮੇਰੇ ਪਿਤਾ ਨੇ ਗੋਤਾ ਫਤਿਹਗੜ੍ਹ ਦੇ ਮਿਡਲ ਸਕੂਲ ਵਿੱਚ ਮੈਨੂੰ 6ਵੀਂ ਜਮਾਤ ਵਿੱਚ ਦਾਖਲ ਕਰਵਾਇਆ ਸੀ। ਪਹਿਲਾ ਸਾਲ ਲੰਘ ਗਿਆ। 7ਵੀਂ ਜਮਾਤੇ ਚੜ੍ਹਿਆ ਹੀ ਸੀ ਕਿ ਸਾਡਾ ਉਸਤਾਦ ਬਦਲ ਗਿਆ। ਨਵੇਂ ਆਏ ਪੰਡਿਤ ਸ਼ਿਵ ਦਿਆਲ ਜੀ ਕਸਬਾ ਸੰਭੜਿਆਲ ਦੇ ਸਨ। ਸੰਭੜਿਆਲ ਸ਼ਹਿਰ ਸਿਆਲਕੋਟ ਤੋਂ 12 ਮੀਲ ਲਹਿੰਦੇ ਪਾਸੇ ਹੈ। ਉੱਥੇ ਵੀ ਇੱਕ ਮਿਡਲ ਸਕੂਲ ਹੈ ਅਤੇ ਪੰਡਿਤ ਸ਼ਿਵ ਦਿਆਲ ਜੀ ਉਸੇ ਸਕੂਲ ਵਿੱਚੋਂ ਬਦਲ ਕੇ ਆਏ ਸਨ। ਮਿਡਲ ਦੀਆਂ ਜਮਾਤਾਂ ਵਿੱਚ ਉਕਲੈਥਸ ਪੜ੍ਹਾਈ ਜਾਂਦੀ ਸੀ। 3 ਕਿਤਾਬਾਂ, ਹਰੇਕ ਸਾਲ ਵਿੱਚ ਇੱਕ ਕਿਤਾਬ। ਅਸੀਂ 6ਵੀਂ ਜਮਾਤ ਵਿੱਚ ਉਕਲੈਥਸ ਦੀ ਪਹਿਲੀ ਕਿਤਾਬ ਪੜ੍ਹ ਚੁੱਕੇ ਸਾਂ। ਪੰਡਿਤ ਜੀ ਨੇ ਪਹਿਲੇ ਦਿਨ ਆ ਕੇ ਇਸ ਮਜ਼ਮੂਨ ਵਿੱਚੋਂ ਸਾਡੀ ਜਮਾਤ ਦਾ ਇਮਤਿਹਾਨ ਲਿਆ। ਤਖਤਾ ਸਿਆਹ ਮਤਲਬ ਬਲੈਕ ਬੋਰਡ ਉੱਤੇ ਉਹਨਾਂ ਨੇ ਪਹਿਲੀ ਕਿਤਾਬ ਦੀ 5ਵੀਂ ਸ਼ਕਲ ਵਾਹ ਦਿੱਤੀ। ਕਿਤਾਬ ਵਿੱਚ ਤਾਂ ਅਲਫ, ਬੇ, ਜੀਮ ਆਦਿ ਇੱਕ ਨਾਮ ਦਿੱਤੇ ਹੋਏ ਸਨ। ਉਹਨਾਂ ਸਿਰਫ ਸ਼ਕਲ ਹੀ ਖਿੱਚ ਦਿੱਤੀ, ਇਹ ਨਾਮ ਅਧਿਕ ਨਾ ਲਿਖੇ। ਸਾਰੀ ਜਮਾਤ ਇੱਕ ਗੋਲ ਦਾਇਰੇ ਵਿੱਚ ਬਿਠਾਈ ਹੋਈ ਸੀ। ਮੈਂ ਇੱਕ ਸਿਰੇ 'ਤੇ ਬੈਠਾ ਹੋਇਆ ਸੀ। ਪੰਡਿਤ ਜੀ ਨੇ ਦੂਜੇ ਸਿਰੇ ਵੱਲ ਸ਼ੁਰੂ ਕੀਤਾ। ਮੁੰਡਿਆਂ ਨੇ ਕਿਤਾਬ ਉੱਤੇ ਅਲਫ, ਬੇ, ਜੀਮ ਆਦਿ ਅੱਖਰਾਂ ਦਾ ਘੋਟਾ ਲਾਇਆ ਹੋਇਆ ਸੀ। ਇਸ ਤਰ੍ਹਾਂ ਸੁਣਾਉਣ ਲੱਗ ਪਏ, ਪਰ ਪੰਡਿਤ ਜੀ ਕਹਿਣ ਕਿ ਮੈਂ ਤਖਤਾ ਸਿਆਹ ਉੱਤੇ ਕਿਤੇ ਵੀ ਇਹ ਅੱਖਰ ਨਹੀਂ ਲਿਖੇ ਹੋਏ। ਹਰੇਕ ਮੁੰਡੇ ਨੇ ਉਹੀ ਘੋਟਾ ਲਾਇਆ ਹੋਇਆ ਸੁਣਾਇਆ ਅਤੇ ਪੰਡਿਤ ਜੀ ਦੀ ਤਸੱਲੀ ਨਾ ਹੋਈ। ਅਖੀਰ ਮੇਰੀ ਵਾਰੀ ਆਈ। ਮੈਂ ਚਾਕ ਦੀ ਡਲੀ ਨਾਲ ਹੱਥ ਵਿੱਚ ਲੈ ਕੇ ਉਸਨੂੰ ਬਲੈਕ ਬੋਰਡ ਦੇ ਕੋਲ ਜਾ ਖਲੋਤਾ ਅਤੇ ਲਕੀਰੀ ਹੋਈ ਸ਼ਕਲ ਉੱਤੇ ਨਿਸ਼ਾਨ ਲਾ ਕੇ ਸੁਣਾਉਣ ਲੱਗ ਪਿਆ। ਸਾਰੀ ਸ਼ਕਲ ਮੈਂ ਇਸੇ ਤਰ੍ਹਾਂ ਸੁਣਾ ਦਿੱਤੀ। ਕਿਤਾਬ ਵਾਲੇ ਅੱਖਰ ਮੈਂ ਕਿਤੇ ਵੀ ਨਾ ਵਰਤੇ। ਪੰਡਿਤ ਜੀ ਸੁਣ ਕੇ ਬੜੇ ਹੀ ਖੁਸ਼ ਹੋਏ। ਉਹਨਾਂ ਜਾਂਚ ਲਿਆ ਕਿ ਸਾਰੀ ਜਮਾਤ ਵਿੱਚੋਂ ਇਹੀ ਲੜਕਾ ਉਗੜਨ ਵਾਲਾ ਹੈ। ਸੰਭੜਿਆਲ ਸਕੂਲ ਦੇ ਵਿਦਿਆਰਥੀ 2-4 ਸਾਲਾਂ ਤੋਂ ਯੂਨੀਵਰਸਿਟੀ ਦੇ ਇਮਤਿਹਾਨ ਵਿੱਚ ਨਿੱਤਰਦੇ ਆ ਰਹੇ ਸਨ। ਪੰਡਿਤ ਜੀ ਨੇ ਉਹਨਾਂ ਦੀਆਂ ਲਿਖੀਆਂ ਕਾਪੀਆਂ ਲਿਆ ਕੇ ਮੈਨੂੰ ਸਹੀ ਮਿਹਨਤ ਕਰਨ ਦੇ ਰਸਤੇ ਵਿੱਚ ਪਾਇਆ। ਮੈਂ ਸਾਰੀ ਜਮਾਤ ਵਿੱਚੋਂ ਸਰੀਰ ਦਾ ਕਮਜ਼ੋਰ ਅਤੇ ਕੱਦੋਂ ਛੋਟਾ ਸਾਂ।
ਕਦੇ ਕਦੇ ਹੱਸ ਕੇ ਪੰਡਿਤ ਜੀ ਆਖਿਆ ਕਰਨ, ਨੱਥੂ ਰਾਮਾ, ਅਗਾਂਹ ਤੇਰੇ ਪੁੱਤਰ ਢਾਂਗਿਆਂ ਨਾਲ ਬਤਾਊਂ ਲਾਇਆ ਕਰਨਗੇ। ਹਾਈ ਸਕੂਲ ਵਿੱਚ ਦਾਖਲਾ। ਪੜ੍ਹਾਈ ਵਿੱਚ ਮੇਰੀ ਸੋਭਾ ਸੁਣ ਕੇ ਮੇਰੇ ਪਿਤਾ ਜੀ ਨੇ ਮੈਨੂੰ ਪਸਰੂਰ ਹਾਈ ਸਕੂਲ ਵਿੱਚ ਦਾਖਲ ਕਰਾ ਦਿੱਤਾ। ਇਹ ਛਾਲ ਮੇਰੇ ਪਿਤਾ ਨੇ ਆਪਣੀ ਵਿੱਤੋਂ ਵੱਧ ਕੇ ਮਾਰੀ ਸੀ, ਕਿਉਂਕਿ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ। ਉਨੀ ਦਿਨੀ ਸਾਰੇ ਸਿਆਲਕੋਟ ਵਿੱਚ ਸਿਰਫ 4 ਹਾਈ ਸਕੂਲ ਸਨ, ਇੱਕ ਪਸਰੂਰ ਤੇ 3 ਸ਼ਹਿਰ ਸਿਆਲਕੋਟ ਵਿੱਚ। ਉਹਨਾਂ 3 ਸਕੂਲਾਂ ਵਿੱਚ ਇੱਕ ਗਵਰਨਮੈਂਟ ਹਾਈ ਸਕੂਲ ਸੀ ਤੇ 2 ਈਸਾਈਆਂ ਦੇ ਸਨ। ਪਸਰੂਰ ਸਾਡੇ ਸਕੂਲ ਤੋਂ 20 ਮੀਲਾਂ ਉੱਤੇ ਸੀ। ਵਰਨੈਕੂਲਰ ਮਿਡਲ ਪਾਸ ਕਰਕੇ ਹਾਈ ਸਕੂਲ ਵਿੱਚ ਦਾਖਲ ਹੋ ਕੇ ਪਹਿਲੇ 2 ਸਾਲ ਸਿਰਫ ਅੰਗਰੇਜ਼ੀ ਹੀ ਪੜ੍ਹਨੀ ਹੁੰਦੀ ਸੀ। ਜੂਨੀਅਰ ਸਪੈਸ਼ਲ ਅਤੇ ਸੀਨੀਅਰ ਸਪੈਸ਼ਲ ਵਿੱਚ। ਸੋ ਮੈਂ ਪਸਰੂਰ ਜੂਨੀਅਰ ਸਪੈਸ਼ਲ ਜਮਾਤ ਵਿੱਚ ਜਾ ਦਾਖਲ ਹੋਇਆ। ਮੇਰਾ ਮਿਡਲ ਦਾ ਜਮਾਤੀ ਤੁਲਸੀ ਰਾਮ ਵੀ ਇਸੇ ਜਮਾਤ ਵਿੱਚ ਜਾ ਦਾਖਲ ਹੋਇਆ। ਸਾਡਾ ਮਿਡਲ ਦਾ ਨਤੀਜਾ ਨਿਕਲਿਆ। ਮੈਂ ਰਾਵਲਪਿੰਡੀ ਡਿਵੀਜ਼ਨ ਵਿੱਚ ਪਹਿਲੇ ਦਰਜੇ 'ਤੇ ਆਇਆ ਤੇ ਮੈਨੂੰ 6 ਰੁਪਏ ਮਹੀਨਾ ਵਜ਼ੀਫਾ ਮਿਲਿਆ। ਆਮ ਵਜ਼ੀਫਾ 4 ਰੁਪਏ ਹੁੰਦਾ ਸੀ। 705 ਨੰਬਰਾਂ ਵਿੱਚੋਂ ਮੇਰੇ 613 ਨੰਬਰ ਆਏ ਸਨ। ਸ਼ਹਿਰ ਪਸਰੂਰ ਵਿੱਚ ਮਜ਼ਹਬੀ ਜਥੇਬੰਦੀਆਂ। ਪਸਰੂਰ ਵਿੱਚ ਬਹੁਤੀ ਵਸੋਂ ਕੱਕੇ ਜ਼ਈ ਮੁਸਲਮਾਨਾਂ ਦੀ ਸੀ। ਸਾਡੇ ਸਕੂਲ ਦੇ ਅੱਧੇ ਕੁ ਮੀਲ ਦੀ ਵਿੱਥ ਉੱਤੇ ਰਈਏ ਨੂੰ ਜਾ ਰਹੀ ਸੜਕ ਉੱਤੇ ਈਸਾਈਆਂ ਦਾ ਇੱਕ ਵੱਡਾ ਗੜ੍ਹ ਸੀ। ਉੱਥੇ ਕਈ 100 ਯਤੀਮ ਕੁੜੀਆਂ ਮੁੰਡੇ ਪੜ੍ਹ ਰਹੇ ਸਨ। ਸ਼ਹਿਰ ਦੇ ਅੰਦਰ ਆਰੀਆ ਸਮਾਜ ਦਾ ਮੰਦਰ ਸੀ, ਜਿੱਥੇ ਹਰ ਹਫ਼ਤੇ ਆਰੀਆ ਸਮਾਜੀਆਂ ਦਾ ਜਲਸਾ ਹੋਇਆ ਕਰਦਾ ਸੀ। ਸੋ ਉਸ ਸ਼ਹਿਰ ਵਿੱਚ ਇਹ 3 ਵੱਡੀਆਂ ਮਜ਼ਹਬੀ ਜਥੇਬੰਦੀਆਂ ਸਨ। ਸਿੱਖਾਂ ਦੀ ਗਿਣਤੀ ਉੱਥੇ ਨਾਮ ਮਾਤਰ ਹੀ ਸੀ। ਉਂਝ 2 ਧਰਮਸ਼ਾਲਾਵਾਂ ਮੌਜੂਦ ਸਨ, ਜਿੱਥੇ ਸੰਗਰਾਂਦ, ਮੱਸਿਆ, ਪੁੰਨਿਆ ਆਦਿ ਦੇ ਸਮੇਂ ਛੋਟੇ ਛੋਟੇ ਇਕੱਠ ਹੋਇਆ ਕਰਦੇ ਸਨ ਤੇ ਕਦੇ ਕਦੇ ਸਕੂਲ ਦੇ ਸਿੱਖ ਵਿਦਿਆਰਥੀ ਵੀ ਆਪਣੀ ਭੁਜੰਗੀ ਸਭਾ ਦੀ ਇਕੱਤਰਤਾ ਉੱਥੇ ਜਾ ਕੇ ਕਰਦੇ ਸਨ। ਸੰਸਕ੍ਰਿਤ ਪੜ੍ਹਨ ਦਾ ਸ਼ੌਂਕ। ਉੱਥੋਂ ਦੇ ਮੁਸਲਮਾਨਾਂ, ਈਸਾਈਆਂ ਤੇ ਆਰੀਆ ਸਮਾਜ ਦੇ ਆਗੂਆਂ ਨੇ ਸ਼ਹਿਰ ਵਿੱਚ ਇੱਕ ਸਾਂਝਾ ਜਲਸਾ ਕਰਨ ਦਾ ਪ੍ਰਬੰਧ ਕੀਤਾ, ਜਿਸ ਵਿੱਚ ਉਹਨਾਂ ਵੱਲੋਂ ਬਾਹਰੋਂ ਸੱਦੇ ਧਰਮ ਪ੍ਰਚਾਰਕਾਂ ਨੇ ਆ ਕੇ ਆਪੋ ਆਪਣੇ ਧਰਮਾਂ ਦੀ ਮਹੱਤਤਾ ਦੱਸੀ। ਆਰੀਆ ਸਮਾਜ ਵਿੱਚ ਪ੍ਰਚਾਰਕ ਆ ਕੇ ਪਸਰੂਰ 15 ਕੁ ਦਿਨ ਟਿਕਿਆ ਰਿਹਾ। ਠੀਕ ਹੈ ਨਾ ਵੀ, ਉੱਥੋਂ ਦਾ ਇੱਕ ਪ੍ਰਚਾਰਕ ਆਇਆ ਸੀ। ਹਰ ਰੋਜ਼ ਪਿਛਲੇ ਪਹਿਰ ਆਰੀਆ ਸਮਾਜ ਦੇ ਮੰਦਰ ਵਿੱਚ ਜਲਸਾ ਹੁੰਦਾ ਸੀ ਤੇ ਉਹ ਪ੍ਰਚਾਰਕ ਲੈਕਚਰ ਕਰਿਆ ਕਰਦਾ ਸੀ। ਆਪਣੇ ਲੈਕਚਰ ਵਿੱਚ ਉਹ ਹਰ ਰੋਜ਼ ਸੰਸਕ੍ਰਿਤ ਤੇ ਜੋ ਸ਼ਲੋਕ ਵੀ ਸੁਣਾਇਆ ਕਰਦਾ ਸੀ। ਸਮਝਣ ਵੱਲੋਂ ਤਾਂ ਮੇਰੇ ਭਾ ਦੇ ਉਹ ਕੁੱਜੇ ਵਿੱਚ ਰੋੜ ਹੀ ਖੜਕਾਏ ਜਾਂਦੇ ਸਨ, ਪਰ ਮੈਨੂੰ ਸੰਸਕ੍ਰਿਤ ਬੋਲੀ ਮਿੱਠੀ ਲੱਗਣ ਲੱਗ ਪਈ। 15 ਦਿਨਾਂ ਵਿੱਚ ਹੀ ਸੰਸਕ੍ਰਿਤ ਮੇਰੇ ਵੱਲ ਖਿੱਚੀ ਆਈ, ਮਤਲਬ ਮੇਰੀ ਖਿੱਚ ਉਹਦੇ ਵੱਲ ਬਹੁਤ ਵੱਧ ਗਈ। ਮੈਂ ਫੈਸਲਾ ਕਰ ਲਿਆ ਕਿ 9ਵੀਂ ਜਮਾਤ ਵਿੱਚ ਚੜ੍ਹ ਕੇ ਮੈਂ ਫਾਰਸੀ ਦੀ ਥਾਂ ਸੰਸਕ੍ਰਿਤ ਪੜ੍ਹਾਂਗਾ। ਤਦੋਂ ਤੱਕ ਮੈਂ ਉਰਦੂ ਫਾਰਸੀ ਹੀ ਜਾਣਦਾ ਸਾਂ। ਗੁਰਮੁਖੀ ਅੱਖਰ ਮੈਂ ਸਿੱਖ ਬਣਨ ਤੋਂ ਅਗਲੇ ਦਿਨ ਹੀ ਸਿੱਖ ਲਏ ਤੇ ਗੁੜਕੇ ਤੋਂ ਬਾਣੀ ਦਾ ਪਾਠ ਕਰਨਾ ਵੀ ਸ਼ੁਰੂ ਕਰ ਦਿੱਤਾ। ਹੁਣ ਮੈਂ ਦੇਵਨਾਗਰੀ ਦੇ ਅੱਖਰ ਵੀ 1-2 ਦਿਨਾਂ ਵਿੱਚ ਹੀ ਸਿੱਖ ਲਏ। ਭਰਾ ਅਮਰ ਸਿੰਘ ਤਦੋਂ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸਨੇ ਵਰਜਿਆ। ਕਈ ਜਮਾਤੀਆਂ ਨੇ ਵੀ ਸਮਝਾਇਆ ਕਿ ਨਵਾਂ ਮਜ਼ਮੂਨ 3 ਮਹੀਨਿਆਂ ਵਿੱਚ ਤਿਆਰ ਨਹੀਂ ਹੋ ਸਕੇਗਾ। ਮੁੰਡੇ ਪੜ੍ਹਦੇ ਸਨ 6ਵੀਂ, 7ਵੀਂ, 8ਵੀਂ ਵਿੱਚ 3 ਸਾਲ, ਪਰ ਮੇਰੇ ਅੰਦਰ ਸੀ ਲਗਨ ਸੰਸਕ੍ਰਿਤ ਦੀ। ਮੈਂ ਕਿਸੇ ਦੀ ਨਾ ਸੁਣੀ। ਮੈਂ ਸਕੂਲ ਵਿੱਚ ਸੰਸਕ੍ਰਿਤ ਪੜ੍ਹਾਉਣ ਵਾਲੇ ਪੰਡਿਤ ਜੀ ਪਾਸ ਗਿਆ। ਉਸਨੇ ਮੇਰਾ ਹੌਸਲਾ ਵਧਾਇਆ। ਮੈਨੂੰ ਉਹਨਾਂ ਨੇ ਲਘੂ ਕੌਮੁਦੀ ਅਤੇ ਅਮਰਕੋਸ਼ ਇਹ 2 ਕਿਤਾਬਾਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ੀ ਵਾਸਤੇ ਵਧੀਕ ਵਕਤ ਦੇਣ ਦੀ ਮੈਨੂੰ ਖਾਸ ਲੋੜ ਨਹੀਂ ਸੀ। ਮੈਂ ਸਾਰਾ ਹੀ ਦਿਨ ਸੰਸਕ੍ਰਿਤ ਦੀ ਪੜ੍ਹਾਈ ਉੱਤੇ ਖਰਚ ਕਰਨ ਲੱਗ ਪਿਆ। 3 ਮਹੀਨਿਆਂ ਵਿੱਚ ਮੈਂ ਉਹ ਕੁਝ ਸਿੱਖ ਲਿਆ ਜੋ ਮੁੰਡੇ 3 ਸਾਲਾਂ ਵਿੱਚ ਨਹੀਂ ਸਨ ਸਿੱਖ ਸਕੇ। 9ਵੀਂ ਜਮਾਤ ਵਿੱਚ ਮੈਂ ਫਾਰਸੀ ਦੀ ਥਾਂ ਸੰਸਕ੍ਰਿਤ ਲੈ ਲਈ। ਪਹਿਲੇ ਹੀ ਤ੍ਰਿਮਾਸਿਕ ਇਮਤਿਹਾਨਾਂ ਵਿੱਚ ਮੈਂ ਆਪਣੀ ਜਮਾਤ ਵਿੱਚੋਂ ਪਹਿਲੇ ਦਰਜੇ 'ਤੇ ਆਇਆ। ਹੁਣ ਪੰਡਿਤ ਜੀ ਨੇ ਹੋਰ ਵਧੀਕ ਸ਼ੌਕ ਨਾਲ ਮੇਰੀ ਜੋ ਅਗਵਾਈ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ। ਫਿਰ ਨੌਕਰੀ ਦੀ ਭਾਲ ਵਿੱਚ। ਸਾਡੇ ਦੇਸ਼ ਦਾ ਅਖਾਣ ਹੈ, ਚੋਰੀ ਯਾਰੀ ਚਾਕਰੀ
ਬਾਲ ਵਸੀਲੇ ਨਾ। ਮੇਰਾ ਇੱਕ ਜਮਾਤੀ ਸੀ ਗੰਡਾ ਮੱਲ। ਅਸਾਂ ਇਕੱਠਿਆਂ ਹੀ 10ਵੀਂ ਪਾਸ ਕੀਤੀ ਸੀ। ਗੰਡਾ ਮੱਲ ਦੇ 2 ਭਰਾ ਲਾਹੌਰ ਨੌਕਰ ਸਨ। ਉਹ ਉਹਨਾਂ ਦੇ ਆਸਰੇ ਲਾਹੌਰ DAV ਕਾਲਜ ਵਿੱਚ ਜਾ ਦਾਖਲ ਹੋਇਆ। ਮੈਂ ਲਾਹੌਰ ਗੰਡਾ ਮੱਲ ਨੂੰ ਜਾ ਮਿਲਿਆ। ਉਸ ਦੇ ਭਰਾਵਾਂ ਨੇ ਮੇਰੇ ਵਾਸਤੇ ਪੂਰੀ ਵਾਹ ਲਾਈ, ਪਰ ਕਿਤੇ ਵੀ ਨਹੁੰ ਨਾ ਅੜਿਆ। ਪੂਰਾ 1 ਮਹੀਨਾ ਰਾਹਾਂ ਦਾ ਘੱਟਾ ਛਾਣਿਆ। ਮੇਰੀ ਰੋਟੀ ਤੇ ਰਿਹਾਇਸ਼ ਦੀ ਖੇਚਲ ਗੰਡਾ ਮੱਲ ਭਰਾਵਾਂ ਨੂੰ ਸਹਾਰਨੀ ਪਈ। ਲਾਹੌਰੋਂ ਹੱਥ ਝਾੜ ਕੇ ਅੰਮ੍ਰਿਤਸਰ ਆਇਆ। ਕਲਾਸ ਵਾਲੇ ਅਧਿਆਪਕ ਗਿਆਨੀ ਕਰਤਾਰ ਸਿੰਘ ਜੀ ਇੱਥੇ ਖਾਲਸਾ ਯਤੀਮਖਾਨੇ ਵਿੱਚ ਰਹਿੰਦੇ ਸਨ। ਮੇਰੇ 'ਤੇ ਉਹ ਬੜੇ ਮਿਹਰਬਾਨ ਸਨ। ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਵੀ ਮੇਰੇ ਵਾਸਤੇ ਬੜੀ ਭੱਜ ਦੌੜ ਕੀਤੀ, ਪਰ ਕਿਤੇ ਵੀ ਕੁਝ ਨਾ ਬਣਿਆ। ਮੈਨੂੰ ਅਜੇ ਤੱਕ ਚੇਤੇ ਹੈ ਕਿ ਆਖਰ ਆਸ ਮੁਕਾ ਕੇ ਇੱਕ ਦਿਨ ਮੈਂ ਰਾਮ ਬਾਗ ਦੇ ਇੱਕ ਰੁੱਖ ਹੇਠ ਬਹਿ ਕੇ ਬੜਾ ਰੋਇਆ। ਬੜੇ ਗਿਲੇ ਕੀਤੇ ਪਰਮਾਤਮਾ ਅੱਗੇ। ਉਸ ਨੂੰ ਆਖਿਆ, ਆ ਲੈ ਫੜ ਮਾਲਾ ਆਪਣੀ, ਮੇਥੋਂ ਭੁੱਖਿਆਂ ਭਗਤ ਨਾ ਹੋਵੇ। ਡਾਕਖਾਨਾ, ਗਰੀਬੀ ਦੀ ਸਮਝ। ਸੰਨ 1910 ਦਾ ਅੱਧ ਲੰਘ ਚੁੱਕਿਆ ਹੋਇਆ ਸੀ। ਮੈਂ ਡਾਕਖਾਨੇ ਦੇ ਮਹਿਕਮੇ ਵਿੱਚ ਦਰਖਾਸਤ ਭੇਜੀ। ਮੈਨੂੰ ਸੱਦਾ ਆ ਗਿਆ ਇਮਤਿਹਾਨ ਦੇਣ ਲਈ। ਸਿਆਲਕੋਟ ਸਾਡੇ ਪਿੰਡ ਤੋਂ 40 ਮੀਲ ਸੀ। ਅੱਧ ਵਿੱਚ ਸੀ ਪਸਰੂਰ, ਜਿੱਥੇ 4 ਸਾਲ ਪੜ੍ਹਦਾ ਰਿਹਾ ਸਾਂ। ਘਰੋਂ ਤੁਰਨ ਵੇਲੇ ਹੋਸ਼ ਆਈ ਕਿ ਸਾਰਾ ਪੈਂਡਾ 40 ਮੀਲ ਤੁਰ ਕੇ ਜਾਵਾਂਗਾ ਤਾਂ ਡਾਕਖਾਨੇ ਦਾ ਕੰਮ ਸਿੱਖਣ ਵਾਸਤੇ ਮੈਨੂੰ ਸ਼ਹਿਰ ਸਿਆਲਕੋਟ ਵਿੱਚ ਰੋਟੀ ਖਾਣ ਵਾਸਤੇ ਤਾਂ ਥੋੜ੍ਹੇ ਬਹੁਤੇ ਪੈਸੇ ਚਾਹੀਦੇ ਹਨ। ਮੇਰੇ ਛੋਟੇ ਵੀਰ ਦੁਕਾਨ ਕਰਦੇ ਸਨ, ਪਰ ਹੱਟੀ ਵਿੱਚ ਨਗਦ ਰਕਮ ਉਸ ਵੇਲੇ ਕੋਈ ਨਹੀਂ ਸੀ। ਮੇਰੀ ਮਾਂ ਸੌਖੇ ਲੋਕਾਂ ਦੇ ਕਈ ਘਰਾਂ ਵਿੱਚ ਗਈ, ਪਰ ਕਿਸੇ ਨੇ ਮਦਦ ਨਾ ਕੀਤੀ। ਕਰਦਾ ਵੀ ਕੌਣ? ਅਸੀਂ ਸਾਂ ਗਰੀਬ, ਜਿਨ੍ਹਾਂ ਤੋਂ ਉਹਨਾਂ ਨੂੰ ਸ਼ਾਇਦ ਇਹ ਉਧਾਰ ਛੇਤੀ ਮੁੜਨ ਦੀ ਆਸ ਨਹੀਂ ਬੱਝਦੀ ਹੋਣੀ। ਆਖਰ ਮੇਰੀ ਮਾਂ ਨੇ ਉਸ ਜਨਾਨੀ ਤੋਂ ਉਧਾਰ 2 ਰੁਪਏ ਦਾ ਤਰਲਾ ਮਾਰਿਆ ਜੋ ਸਾਡੇ ਘਰ ਦਾ ਕੂੜਾ ਸੁੱਟਦੀ ਸੀ। ਉਸ ਦਾ ਨਾਮ ਸੀ ਭਾਨੀ। ਭਾਨੀ ਦੇ ਮਨ ਵਿੱਚ ਰੱਬ ਨੇ ਮਿਹਰ ਪਾਈ ਤੇ ਉਸਨੇ ਆਪਣੇ ਘਰੋਂ 2 ਰੁਪਏ ਲਿਆ ਦਿੱਤੇ। ਮੇਰੀ ਜੁੱਤੀ ਟੁੱਟੀ ਹੋਈ ਸੀ, ਨਵੀਂ ਬਣਵਾਈ। ਘਰੋਂ ਤੁਰ ਪਿਆ, ਨਵੀਂ ਜੁੱਤੀ ਪਾਈ। ਕੁਝ ਮੀਲ ਪੈਂਡਾ ਕਰਕੇ ਪੈਰੀ ਛਾਲੇ ਪੈ ਗਏ। ਨਵੀਂ ਲਾ ਕੇ ਪੱਲੇ ਬੰਨ੍ਹ ਲਈ ਤੇ ਪੁਰਾਣੀ ਪਾ ਲਈ। ਪੁਰਾਣੀ ਹੇਠੋਂ ਟੁੱਟੀ ਹੋਈ ਸੀ। ਅੱਡੀਆਂ ਦੇ ਹੇਠ ਵੀ ਛਾਲੇ ਪੈ ਗਏ। ਉਹ ਵੀ ਲਾ ਲਈ। ਹੁਣ ਨੰਗੇ ਪੈਰੀਂ ਤੁਰਿਆ। ਪੈਰਾਂ ਦੇ ਹੇਠਲੇ ਛਾਲੇ ਪੀੜ ਕਰਨ, ਤੁਰਿਆ ਨਾ ਜਾਏ। ਪੈਂਡਾ ਅਜੇ ਵੀ 2.5-3 ਮੀਲ ਰਹਿੰਦਾ ਸੀ। ਰੋਂਦੇ ਹੋਏ ਨੇ ਪੈਂਡਾ ਬੜੇ ਮੰਦੇ ਹਾਲ ਵਿੱਚ ਮੁਕਾਇਆ। ਮੈਨੂੰ ਅੱਜ ਸਮਝ ਆਈ ਕਿ ਅਸੀਂ ਗਰੀਬ ਹਾਂ। ਮੈਨੂੰ ਅੱਜ ਪਤਾ ਲੱਗਾ ਕਿ ਗਰੀਬ ਕਿਵੇਂ ਗਲੀਆਂ ਦੇ ਕੱਖਾਂ ਵਾਂਗ ਰੁਲਦੇ ਹਨ। ਆਖਰ ਮੈਂ ਪਸਰੂਰ ਪਹੁੰਚ ਗਿਆ। ਉਹ ਪਸਰੂਰ ਜਿੱਥੇ ਮੈਂ 4 ਸਾਲ ਪੜ੍ਹਦਾ ਰਿਹਾ ਸਾਂ। ਸਕੂਲ ਦੇ ਬੋਰਡਿੰਗ ਹਾਊਸ ਦੇ ਸਾਹਮਣੇ ਰਈਏ ਤੇ ਸਿਆਲਕੋਟ ਨੂੰ ਜਾਣ ਵਾਲੀ ਸੜਕ ਉੱਤੇ ਖੜਾ ਸਾਂ। ਇਸ ਬੋਰਡਿੰਗ ਹਾਊਸ ਵਿੱਚੋਂ ਮੈਨੂੰ ਅਜੇ 1.25 ਕੁ ਸਾਲ ਹੀ ਹੋਇਆ ਸੀ। ਬਥੇਰੇ ਮੁੰਡੇ ਵਾਕਫ ਸਨ, ਬਥੇਰੇ ਉਸਤਾਦ ਵਾਕਫ ਸਨ। ਪੰਡਤ ਵਿਤਸਤਾ ਪ੍ਰਸਾਦ ਜੀ ਉੱਥੋਂ ਜਾ ਚੁੱਕੇ ਸਨ ਲਾਹੌਰ। ਗਰੀਬੀ ਦੀ ਅੱਜ ਦੀ ਹੱਡ ਬੀਤੀ ਨੇ ਮੈਨੂੰ ਬੇਦਿਲ ਕਰ ਦਿੱਤਾ ਸੀ। ਸ਼ਾਮ ਪੈ ਗਈ ਸੀ। ਮੈਂ ਰਾਤ ਕੱਟਣ ਵਾਸਤੇ ਬੋਰਡਿੰਗ ਹਾਊਸ ਦੇ ਸਾਹਮਣੇ ਸੜਕ ਭੁੰਜੇ ਲੰਮਾ ਪੈ ਗਿਆ। ਥੱਕ ਕੇ ਚੂਰ ਹੋਇਆ ਪਿਆ ਸਾਂ। ਬੋਰਡਿੰਗ ਹਾਊਸ ਉੱਥੋਂ ਅੱਧਾ ਕੁ ਫਰਲਾਂਗ ਹੀ ਸੀ। ਮੇਰੇ ਦਿਨ ਪਰਤਣ ਉੱਤੇ ਆ ਰਹੇ ਸਨ। ਮੇਰੇ ਕੋਲੋਂ ਦੀ ਲੰਘੇ ਸਕੂਲ ਦੇ ਇੱਕ ਮਾਸਟਰ ਜੀ, ਸਰਦਾਰ ਪ੍ਰਗਟ ਸਿੰਘ ਜੀ ਉਹਨਾਂ ਦਾ ਨਾਮ ਸੀ। ਸਾਰੇ ਸਕੂਲ ਵਿੱਚ ਸਿਰਫ ਇਹ ਇੱਕੋ ਸਿੱਖ ਅਧਿਆਪਕ ਸਨ, ਡਰਿਲ ਮਾਸਟਰ। ਮੈਂ ਉਹਨਾਂ ਦੀ ਨਜ਼ਰੀ ਪੈ ਗਿਆ। ਬੜੇ ਹੀ ਹੈਰਾਨ ਹੋ ਕੇ ਖਲੋ ਗਏ। ਕਹਿਣ ਲੱਗੇ, ਸਾਹਿਬ ਸਿੰਘ, ਕੀ ਤੇਰਾ ਖਿਆਲ ਹੈ ਕਿ 1 ਸਾਲ ਵਿੱਚ ਹੀ ਤੇਰਾ ਇੱਥੇ ਕੋਈ ਵਾਕਫ ਨਹੀਂ ਰਹਿ ਗਿਆ? ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮੈਂ ਰੋ ਪਿਆ ਤੇ ਆਪਣੀ ਹੱਡ ਬੀਤੀ ਉਹਨਾਂ ਨੂੰ ਸੁਣਾਈ। ਬੋਰਡਿੰਗ ਹਾਊਸ ਦੇ ਨਾਲ ਹੀ ਸੀ ਜੇਲ੍ਹ ਘਰ। ਉਸ ਵਿੱਚ ਉਹ ਰਹਿੰਦੇ ਸਨ। ਉਹ ਮੈਨੂੰ ਆਪਣੇ ਨਾਲ ਆਪਣੇ ਡੇਰੇ ਲੈ ਗਏ। ਸਵੇਰੇ ਮੈਨੂੰ ਪੁੱਛਣ ਲੱਗੇ, ਸਾਹਿਬ ਸਿੰਘ, ਤੂੰ ਅਗਾਂਹ ਸਿਆਲਕੋਟ ਕਿਵੇਂ ਪਹੁੰਚਣਾ ਹੈ? ਮੈਂ ਆਖਿਆ, ਜੀ ਤੁਰਦਿਆਂ। ਮਾਸਟਰ ਜੀ ਨੇ ਕਿਹਾ, ਮੈਂ ਤੈਨੂੰ ਤੁਰਦੇ ਨੂੰ ਨਹੀਂ ਜਾਣ ਦਿਆਂਗਾ। ਉਹਨਾਂ ਮੈਨੂੰ 2 ਰੁਪਏ ਦਿੱਤੇ
ਤੇ ਆਪ ਜਾ ਕੇ ਮੈਨੂੰ ਯੱਕੇ 'ਤੇ ਬਿਠਾ ਆਏ। ਕਿਤਨਾ ਪਿਆਰ ਭਰਿਆ ਦਿਲ ਸੀ ਉਹਨਾਂ ਦਾ। ਅੱਜ 58 ਸਾਲ ਬੀਤਣ ਲੱਗੇ ਹਨ। ਮਾਸਟਰ ਪ੍ਰਗਟ ਸਿੰਘ ਜੀ ਇਸ ਚਲਦੀ ਸਰਾਂ ਤੋਂ ਜਾ ਚੁੱਕੇ ਹਨ, ਪਰ ਉਹਨਾਂ ਦਾ ਉਹ ਪਿਆਰ ਮੈਨੂੰ ਅਜੇ ਤੱਕ ਚੇਤੇ ਹੈ। ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ ਮਾਸਟਰ ਜੀ। ਨਵੀਆਂ ਪੀਂਘਾਂ। ਸਾਡੇ ਪਿੰਡ ਥਰਪਾਲ ਤੋਂ ਤਹਿਸੀਲ ਰਈਆ ਦੇ ਡਾਕਖਾਨੇ ਆਉਂਦਿਆਂ ਰਸਤੇ ਵਿੱਚ ਇੱਕ ਹੋਰ ਪਿੰਡ ਵੀ ਹੈ, ਮੱਤੇ ਕੀ। ਇਸ ਪਿੰਡ ਵਿੱਚ ਇੱਕ ਮੁੰਡਾ ਸੀ, ਮੁਹੰਮਦ ਅਸ਼ਰਫ। ਅਸਾਂ ਇਕੱਠਿਆਂ ਹੀ ਪਸਰੂਰ ਤੋਂ 10ਵੀਂ ਪਾਸ ਕੀਤੀ ਸੀ। ਇਸ ਦੇ ਮਾਪੇ ਸੌਖੇ ਸਨ, ਪੈਸੇ ਵਾਲੇ ਵੀ ਤੇ ਜ਼ਮੀਨ ਵਾਲੇ ਵੀ। ਮੁਹੰਮਦ ਅਸ਼ਰਫ ਲਾਹੌਰ ਕਿਸੇ ਕਾਲਜ ਵਿੱਚ ਜਾ ਦਾਖਲ ਹੋਇਆ ਸੀ। 2 ਸਾਲ ਮੈਂ ਇੱਧਰ ਉੱਧਰ ਟੱਕਰਾਂ ਮਾਰਦਾ ਫਿਰਿਆ ਤੇ ਮੁਹੰਮਦ ਅਸ਼ਰਫ FA ਦਾ ਇਮਤਿਹਾਨ ਦੇ ਕੇ ਆ ਗਿਆ। ਸੰਨ 1911 ਦਾ ਮਹੀਨਾ ਮਈ ਸੀ। ਅਸੀਂ ਹਰ ਰੋਜ਼ ਮਿਲਿਆ ਕਰਦੇ। ਜਦੋਂ ਮੈਂ ਡਾਕਖਾਨੇ ਤੋਂ ਵਿਹਲਾ ਹੋ ਜਾਂਦਾ ਸਾਂ, ਮੁਹੰਮਦ ਅਸ਼ਰਫ ਉੱਥੇ ਆ ਪਹੁੰਚਦਾ ਸੀ ਤੇ ਅਸੀਂ ਦੋਵੇਂ ਸੈਰ ਨੂੰ ਇਕੱਠੇ ਜਾਇਆ ਕਰਦੇ ਸਾਂ। ਉਸਨੇ ਮੈਨੂੰ ਕਾਲਜ ਦੀ ਜ਼ਿੰਦਗੀ ਦੇ ਹਾਲਾਤ ਸੁਣਾਉਣੇ ਸ਼ੁਰੂ ਕਰ ਦਿੱਤੇ। ਮੇਰੇ ਅੰਦਰ ਖਿੱਚ ਪੈਣ ਲੱਗ ਪਈ ਕਿ ਕਿਵੇਂ ਨਾ ਕਿਵੇਂ ਮੈਂ ਕਾਲਜ ਵਿੱਚ ਦਾਖਲ ਹੋ ਸਕਾਂ, ਪਰ ਪੱਲੇ ਨਾ ਧੇਲਾ ਤੇ ਕਰਦੀ ਮੇਲਾ। ਅਗਸਤ ਦਾ ਮਹੀਨਾ ਸੀ। ਮੈਨੂੰ ਚੇਤਾ ਆ ਗਿਆ ਪੰਡਿਤ ਵਿਤਸਤਾ ਪ੍ਰਸਾਦ ਜੀ ਦਾ, ਜਦੋਂ ਉਹ ਦਿਆਲ ਸਿੰਘ ਹਾਈ ਸਕੂਲ ਵਿੱਚ ਅਧਿਆਪਕ ਸਨ। ਮੈਂ ਉਹਨਾਂ ਨੂੰ ਇੱਕ ਲੰਮੀ ਚਿੱਠੀ ਲਿਖੀ, ਦਰਦ ਭਰੀ। ਉਸ ਵਿੱਚ ਮੈਂ ਆਪਣੇ 2 ਸਾਲਾਂ ਦੇ ਝੱਲੇ ਹੋਏ ਦੁੱਖੜੇ ਲਿਖੇ ਤੇ ਨਵੀਆਂ ਤਾਂਘਾਂ ਦਾ ਜ਼ਿਕਰ ਵੀ ਕੀਤਾ। ਪੰਡਿਤ ਜੀ ਬੜੇ ਨਰਮ ਦਿਲ ਸਨ। ਚੌਥੇ ਦਿਨ ਮੈਨੂੰ ਜਵਾਬ ਆ ਗਿਆ। ਲਿਖਿਓ ਨੇ ਕਿ ਛੇਤੀ ਡਾਕਖਾਨੇ ਤੋਂ ਵਿਹਲਾ ਹੋ ਕੇ ਲਾਹੌਰ ਪੁੱਜ, ਮੈਂ ਤੇਰੀ ਕਾਲਜ ਦੀ ਪੜ੍ਹਾਈ ਦਾ ਪ੍ਰਬੰਧ ਕਰਾਂਗਾ। ਮੇਰਾ ਲੂੰ ਖਿੜ ਪਿਆ ਤੇ ਮੈਂ ਪੰਡਿਤ ਜੀ ਦੀ ਚਿੱਠੀ ਮੁਹੰਮਦ ਅਸ਼ਰਫ ਨੂੰ ਦਿਖਾਈ। ਅਸਤੀਫਾ। ਤਹਿਸੀਲ ਦੇ ਵਸਨੀਕ, ਸਾਡੇ ਪਿੰਡ ਦੇ ਲੋਕ, ਲਾਂਬਾ ਦੇ ਨੇੜੇ ਦੇ ਪਿੰਡ ਦੇ ਲੋਕ ਸਭ ਮੇਰੀ ਬਾਬਤ ਜਾਣਦੇ ਸਨ ਕਿ ਮੈਂ ਬੜੀ ਹੀ ਗਰੀਬੀ ਵਿੱਚ 10ਵੀਂ ਪਾਸ ਕੀਤੀ ਸੀ ਤੇ ਹੁਣ ਮਸਾਂ ਜਿਹੇ ਨੌਕਰੀ ਮਿਲੀ ਸੀ। ਲੋਕ ਮੇਰੇ ਨਾਲ ਪਿਆਰ ਕਰਦੇ ਸਨ। ਬੜੇ ਕਸ਼ਟ ਝੱਲ ਕੇ ਮੈਨੂੰ ਰੁਜ਼ਗਾਰ ਮਿਲਿਆ ਸੀ। ਜੇ ਕਾਲਜ ਵਿੱਚ ਪੜ੍ਹਨ ਜਾਣਾ ਸੀ ਤਾਂ ਇਸ ਰੁਜ਼ਗਾਰ ਨੂੰ ਲੱਤ ਮਾਰ ਕੇ ਹੀ ਜਾਣਾ ਸੀ। ਮੈਨੂੰ ਘੜੀ ਮੁੜੀ ਖਿਆਲ ਆਉਂਦਾ ਕਿ ਜੇ ਖਰਚ ਵੱਲੋਂ ਅਧਵਾਟੇ ਰਹਿ ਗਿਆ ਤਾਂ ਫੇਰ ਕੀ ਬਣੇਗਾ। ਲੋਕਾਂ ਵੱਲੋਂ ਫਿਟਕਾਰ ਤੇ ਅਗਾਂਹ ਵਾਲਾ ਤੋਖਲਾ, ਇਹ ਦੋਵੇਂ ਮੂੰਹ ਪਾੜ ਕੇ ਡਰਾਉਣ ਲੱਗ ਪਏ। ਮੈਂ ਡਾਕਖਾਨੇ ਆਪਣੀ ਕੁਰਸੀ ਉੱਤੇ ਬੈਠ ਕੇ ਅਸਤੀਫਾ ਲਿਖਣ ਲੱਗਾ। ਸਿਰਫ 4 ਸਤਰਾਂ ਲਿਖਣੀਆਂ ਸਨ, ਪਰ ਦਿਲ ਕੰਬੇ, ਹੱਥ ਕੰਬਣ, ਮੁੜ ਮਨ ਡਰੇ। ਫਿਰ ਸੋਚਾਂ ਫੁਰਨ ਕਿ ਅਸਤੀਫਾ ਲਿਖਣ ਤੋਂ ਬਿਨਾਂ ਕਾਲਜ ਵਾਲੇ ਸੁਪਨੇ ਪੂਰੇ ਨਹੀਂ ਹੋ ਸਕਣਗੇ। ਲੌਡੇ ਪਹਿਰ ਦੀ ਡਾਕ ਜਾਣ ਤੋਂ ਪਹਿਲਾਂ ਮਸਾਂ ਉਹ 4 ਸਤਰਾਂ ਮੁੱਕੀਆਂ। ਮੈਂ ਅਸਤੀਫਾ ਲਿਖ ਕੇ ਵੱਡੇ ਬਾਬੂ ਨੂੰ ਦੇ ਦਿੱਤਾ ਤੇ ਬੇਨਤੀ ਕੀਤੀ ਕਿ ਜਦ ਤੱਕ ਇਹ ਪ੍ਰਵਾਨ ਨਾ ਹੋਵੇ ਇੱਥੇ ਕਿਸੇ ਨਾਲ ਗੱਲ ਨਹੀਂ ਕਰਨੀ। ਮੈਨੂੰ ਫਿਕਰ ਸੀ ਕਿ ਲੋਕ ਮੈਨੂੰ ਫਿਟਕਾਰਾਂ ਪਾਣਗੇ। ਵੱਡਾ ਬਾਬੂ ਹੈਰਾਨ, ਡਾਕਖਾਨੇ ਦਾ ਚਿੱਠੀ ਰਸਾਨ ਹੈਰਾਨ। ਉਹਨਾਂ ਦੀਆਂ ਨਜ਼ਰਾਂ ਵਿੱਚ ਮੈਂ ਭਾਰਾ ਮੂਰਖ ਸਾਂ ਤਦੋਂ। ਖੈਰ, ਅਸਤੀਫਾ ਚਲਾ ਗਿਆ। ਇਹ ਅਗਸਤ ਦੇ ਅਖੀਰਲੇ ਦਿਨ ਸਨ। ਇੱਕ ਨਿੱਜੀ ਚਿੱਠੀ ਮੈਂ ਡਾਕਖਾਨਿਆਂ ਦੇ ਜੋ ਸੁਪਰਡੈਂਟ ਸਨ ਉਹਨਾਂ ਵੱਲ ਲਿਖੀ। ਪਿਛਲੀਆਂ ਮਿਹਰਬਾਨੀਆਂ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਬੇਨਤੀ ਕੀਤੀ ਕਿ ਮੈਨੂੰ ਛੇਤੀ ਵਿਹਲਿਆਂ ਕਰ ਦਿੱਤਾ ਜਾਵੇ, ਮੈਂ ਕਾਲਜ ਵਿੱਚ ਦਾਖਲ ਹੋਣੋਂ ਨਾ ਰਹਿ ਜਾਵਾਂ। ਡਾਕਖਾਨਾ ਬੰਦ ਹੋਣ ਉੱਤੇ ਮੈਂ ਸਿੱਧਾ ਮੱਤੇ ਕੇ ਪਿੰਡ ਦੇ ਵਿੱਚ ਮੁਹੰਮਦ ਅਸ਼ਰਫ ਕੋਲ ਗਿਆ। ਅਸੀਂ ਦੋਵੇਂ ਰਲ ਕੇ ਜਿਉਣ ਭਿੰਡਰ ਗਏ। ਉੱਥੇ ਵੀ ਸਾਡਾ ਇੱਕ ਜਮਾਤੀ ਸੀ, ਰਾਮ ਰੱਖਾ ਮੱਲ FA ਵਿੱਚੋਂ ਪਾਸ ਹੋ ਗਿਆ ਸੀ, ਪਰ ਵਿਚਾਰਾ ਅਸ਼ਰਫ ਫੇਲ ਹੋ ਗਿਆ ਸੀ। ਰਾਮ ਰੱਖਾ ਵੀ ਮੇਰੀਆਂ ਇਹਨਾਂ ਸਲਾਹਾਂ ਵਿੱਚ ਸ਼ਾਮਿਲ ਸੀ। ਉਸ ਨੂੰ ਜਾ ਕੇ ਸਾਰੀ ਗੱਲਬਾਤ ਸੁਣਾ ਦਿੱਤੀ। ਮੈਂ ਨੌਕਰੀ ਛੱਡਣ ਨੂੰ ਕਿਉਂ ਤਿਆਰ ਹੋਇਆ। ਬਣਿਆ ਬਣਾਇਆ ਰੁਜ਼ਗਾਰ ਛੱਡ ਕੇ ਮੈਂ ਠੰਡੇ ਦੁੱਧ ਨੂੰ ਫੁੱਕਾ ਨਹੀਂ ਸਾਂ ਮਾਰਨ ਲੱਗਾ। ਨਾ ਹੀ ਮੈਨੂੰ ਕਾਲਜ ਦੇ ਰੰਗ ਤਮਾਸ਼ਿਆਂ ਦੀ ਕੋਈ ਲਿਲ ਸੀ। ਅਸਲ ਗੱਲ ਇਉਂ ਸੀ, ਘਰ ਰਹਿ ਕੇ ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਅਸੀਂ ਤਾਂ ਕਰਜ਼ਈ ਹਾਂ, ਭਾਰੇ ਕਰਜ਼ੇ ਹੇਠ ਨੱਪੇ ਹੋਏ ਹਾਂ। ਉਸ ਕਰਜ਼ੇ ਦੀ ਮਾਹਵਾਰੀ ਸੂਦ ਇਤਨਾ ਸੀ ਕਿ ਮੇਰੇ ਹਰ ਮਹੀਨੇ ਦੀ ਤਨਖਾਹ ਸਿਰਫ ਸੂਦ ਕਰਜ਼ੇ ਹੇਠ ਜੋ ਸੀ ਉਹ ਤੇ ਪੂਰਾ ਨਹੀਂ ਸੀ ਉਤਰਦੀ। ਮੈਂ ਦਸੰਬਰ 1908 ਵਿੱਚ 10ਵੀਂ ਜਮਾਤ ਦਾ ਦਾਖਲਾ
ਭੇਜਿਆ ਸੀ। ਉਹ ਰੁਪਇਆ ਮੇਰੀ ਵਿਧਵਾ ਭੂਆ ਰਾਧੀ ਨੇ ਆਪਣੀਆਂ ਟੁੰਬਾਂ ਗਹਿਣੇ ਪਾ ਕੇ ਲੈ ਦਿੱਤਾ ਸੀ ਤੇ ਅੱਜ ਤੱਕ ਉਸ ਉੱਤੇ ਸੂਦ ਪੈਂਦਾ ਆ ਰਿਹਾ ਸੀ। ਸੰਨ 1905 ਵਿੱਚ ਮੇਰਾ ਵਿਆਹ ਹੋਇਆ ਸੀ। ਤਦੋਂ ਵੀ ਕਰਜ਼ਾ ਹੀ ਚੁੱਕਿਆ ਸੀ ਤੇ ਉਹ ਵੀ ਅਜੇ ਸਿਰ ਉੱਤੇ ਸੀ। ਘਰ ਦੇ ਹੋਰਾਂ ਖਰਚਾਂ ਵਾਸਤੇ ਵੀ ਵੇਲੇ ਕਵੇਲੇ ਕਰਜ਼ ਚੁੱਕੀਦਾ ਸੀ। ਮੈਨੂੰ ਤਦ ਤੱਕ 4 ਸ਼ਾਹਾਂ ਦਾ ਪਤਾ ਲੱਗ ਚੁੱਕਾ ਸੀ, ਫੱਤੇਵਾਲੀ ਦੇ ਬੁੱਢਾ ਸਿੰਘ ਤੇ ਸੰਤ ਸਿੰਘ, ਗਾਹੜੂਵਾਲ ਦਾ ਮਾਘੀ ਸ਼ਾਹ ਤੇ ਸਾਡੇ ਆਪਣੇ ਹੀ ਪਿੰਡ ਦਾ ਪੰਡਿਤ ਰਾਮ ਕਿਸ਼ਨ। ਮੈਂ ਵੇਖ ਲਿਆ ਕਿ ਮੇਰੀ ਘਾਲ ਕਮਾਈ ਤਾਂ ਭੰਗ ਦੇ ਭਾੜੇ ਹੀ ਜਾ ਰਹੀ ਹੈ। ਜੇ ਮੈਂ ਇਹੀ ਨੌਕਰੀ ਕਰੀ ਜਾਵਾਂ ਤਾਂ ਪਿਛਲਾ ਕਰਜ਼ਾ ਜਿਉਂ ਦਾ ਜਿਉਂ ਹੀ ਸਾਡੇ ਸਿਰ ਉੱਤੇ ਖਲੋਤਾ ਰਹਿਣਾ ਹੈ ਤੇ ਅਗਾਂਹ ਜਿਉਂ-ਜਿਉਂ ਟੱਬਰ ਦੇ ਖਰਚ ਵਧਣੇ ਹਨ, ਕਰਜ਼ਾ ਵੀ ਵਧਣਾ ਹੀ ਹੈ, ਮਤਲਬ ਵੱਧਦਾ ਹੀ ਜਾਏਗਾ। ਦੂਜੇ ਪਾਸੇ ਜੇ ਮੈਂ BA ਪਾਸ ਕਰਾਂ ਤਾਂ ਇਹ ਸਾਰਾ ਕਰਜ਼ਾ 2-4 ਸਾਲਾਂ ਵਿੱਚ ਸਿਰੋਂ ਲੈਣ ਦੀ ਸੰਭਾਵਨਾ ਹੋ ਸਕਦੀ ਹੈ। ਜੂਆ ਹੀ ਸੀ। ਜੇ ਪਾਸਾ ਸਿੱਧਾ ਹੋ ਗਿਆ ਤਾਂ ਪੌ 12 ਹੋ ਜਾਣਗੇ, ਪਰ ਜੇ ਪਾਸਾ ਪੁੱਠਾ ਹੋ ਗਿਆ ਤਾਂ ਮੈਂ ਕਿਸੇ ਥਾਂ ਜੋਗਾ ਨਹੀਂ ਰਹਾਂਗਾ। ਅਸਤੀਫਾ ਪ੍ਰਵਾਨ। ਅਸਤੀਫਾ ਗਿਆ ਅਜੇ ਹਫ਼ਤਾ ਨਹੀਂ ਸੀ ਹੋਇਆ। 5 ਸਤੰਬਰ ਨੂੰ ਸਵੇਰੇ ਹੀ ਆ ਗਿਆ। ਆ ਕੇ ਮੈਂ ਡਾਕ ਦਾ ਥੈਲਾ ਖੋਲ੍ਹਿਆ। ਡਾਕ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਆ ਜਾਂਦੀ ਸੀ। ਪਸਰੂਰ ਦੇ ਰਸਤੇ ਵੱਡਾ ਬਾਬੂ ਥਾਣੇ ਤੋਂ ਸੰਦੂਕੜੀ ਲੈਣ ਗਿਆ ਹੋਇਆ ਸੀ। ਇਹ ਸੰਦੂਕੜੀ ਹਰ ਰੋਜ਼ ਸ਼ਾਮ ਨੂੰ ਉੱਥੇ ਰੱਖੀ ਦੀ ਸੀ ਤੇ ਸਵੇਰੇ ਸਵੇਰੇ ਲਿਆਂਦੀ ਜਾਂਦੀ ਸੀ। ਪਹਿਲੇ ਹੀ ਵੱਡੇ ਥੈਲੇ ਵਿੱਚ ਭੁੜਕ ਕੇ ਇੱਕ ਲਿਫਾਫਾ ਬਾਹਰ ਪਿਆ। ਇਹ ਸੀ ਮੇਰੇ ਨਾਮ। ਮੈਂ ਖੋਲ੍ਹ ਕੇ ਪੜ੍ਹਿਆ। ਸੁਪਰਡੈਂਟ ਵੱਲੋਂ ਸੀ। ਮੇਰਾ ਅਸਤੀਫਾ ਪ੍ਰਵਾਨ ਹੋ ਗਿਆ ਸੀ ਤੇ ਮੇਰੇ ਥਾਂ ਇੱਕ ਨਵਾਂ ਕਲਰਕ ਆ ਰਿਹਾ ਸੀ। ਮੈਂ ਉਹ ਲਿਫਾਫਾ ਸਾਂਭ ਲਿਆ। ਮੈਂ ਵੱਡੇ ਬਾਬੂ ਨੂੰ ਨਾ ਦੱਸਿਆ। ਪਤਾ ਨਹੀਂ ਕਲਰਕ ਕਦੋਂ ਅੱਪੜਦਾ ਹੈ, ਗੱਲ ਕਿਤੇ ਬਾਹਰ ਨਾ ਨਿਕਲ ਜਾਏ। ਲੌਡੇ ਵੇਲੇ ਬਿਸਤਰੇ ਟਰੰਕ ਨਾਲ ਲੱਦਿਆ ਇੱਕ ਘੋੜਾ ਡਾਕਖਾਨੇ ਦੇ ਬੂਹੇ ਅੱਗੇ ਜਾ ਖਲੋਤਾ, ਨਾਲ ਹੀ ਨਵਾਂ ਕਲਰਕ ਵੀ। ਮੈਂ ਉਸੇ ਵੇਲੇ ਸਵੇਰੇ ਵਾਲੀ ਚਿੱਠੀ ਵੱਡੇ ਬਾਬੂ ਅੱਗੇ ਰੱਖ ਦਿੱਤੀ। ਸਾਹਮਣੀਆਂ ਦੁਕਾਨਾਂ ਦੇ ਦੁਕਾਨਦਾਰ ਭੱਜੇ ਆਏ। ਇਹ ਕੀ? ਸਾਹਿਬ ਸਿੰਘ ਕਿੱਥੇ ਜਾ ਰਿਹਾ ਹੈ? ਮੈਂ ਬਾਬੂ ਜੀ ਨੂੰ ਬੇਨਤੀ ਕਰ ਦਿੱਤੀ ਹੋਈ ਸੀ ਕਿ ਆਖਣਾ ਤਾਰ ਦਾ ਕੰਮ ਸਿੱਖਣ ਜਾ ਰਿਹਾ ਹੈ ਸਾਹਿਬ ਸਿੰਘ। ਚਾਰਜ ਦੇ ਕੇ ਮੈਂ ਵਿਹਲਾ ਹੋ ਗਿਆ। ਮੱਤੇ ਕੇ ਤੋਂ ਮੁਹੰਮਦ ਅਸ਼ਰਫ ਨਾਲ ਲਿਆ। ਅਸੀਂ ਦੋਵੇਂ ਫੇਰ ਗਏ ਜਿਉਣ ਭਿੰਡਰ। ਨੌਕਰੀ ਤੋਂ ਵਿਹਲਾ ਹੋ ਕੇ ਮੈਂ ਘਰ ਇੱਕ ਦਿਨ ਵੀ ਨਹੀਂ ਠਹਿਰ ਸਕਦਾ ਸਾਂ। ਲੋਕ ਫਿਟਕਰਾਂ ਨਾਲ ਖਾ ਜਾਂਦੇ। ਫੈਸਲਾ ਹੋਇਆ ਕਿ ਮੈਂ ਭਲਕੇ ਅੰਮ੍ਰਿਤਸਰ ਚਲਾ ਜਾਵਾਂ। ਰਾਮ ਰੱਖਾ ਮੱਲ ਅਗੇਰਲੇ ਦਿਨ ਆਵੇਗਾ। ਸਟੇਸ਼ਨ ਉੱਤੇ ਇਕੱਠੇ ਹੋ ਕੇ ਅਸੀਂ ਲਾਹੌਰ ਚੱਲ ਪਵਾਂਗੇ। ਅਸ਼ਰਫ ਨੇ ਅਜੇ ਠਹਿਰ ਕੇ ਆਉਣਾ ਸੀ। ਘਰ ਵਿੱਚ ਘਬਰਾਹਟ। ਰਾਤ ਮੈਂ ਘਰ ਕਿਸੇ ਨੂੰ ਖਬਰ ਨਾ ਦਿੱਤੀ। ਮੈਂ ਹਰ ਰੋਜ਼ ਅੱਧ ਪਹਿਰ ਰਾਤ ਰਹਿੰਦੀ ਡਾਕਖਾਨੇ ਪਹੁੰਚ ਜਾਇਆ ਕਰਦਾ ਸੀ। ਅਗਲੀ ਸਵੇਰ ਮੈਨੂੰ ਵਾਰੋ ਵਾਰੀ ਸਾਰੇ ਜਗਾਣ ਆਏ। ਮੈਂ ਟਾਲ ਮਟੋਲ ਕਰਦਾ ਰਿਹਾ। ਸਭਨਾਂ ਨੂੰ ਸ਼ੱਕ ਪੈਣ ਲੱਗ ਪਿਆ। ਮੈਂ 6 ਸਤੰਬਰ ਨੂੰ ਦਿਨ ਚੜ੍ਹੇ ਉੱਠ ਕੇ ਸਭ ਨੂੰ ਅਸਲ ਗੱਲ ਦੱਸ ਦਿੱਤੀ ਕਿ ਮੈਂ ਨੌਕਰੀ ਛੱਡ ਚੁੱਕਾ ਹਾਂ ਤੇ ਹੁਣ ਲਾਹੌਰ ਕਾਲਜ ਵਿੱਚ ਪੜ੍ਹਨ ਚੱਲਿਆ ਹਾਂ। ਪਰ ਮੇਰੇ ਪੱਲੇ ਸਿਰਫ 2 ਰੁਪਏ। ਅਗਸਤ ਦੀ ਤਨਖਾਹ ਵਿੱਚ ਇਹ 2 ਰੁਪਏ ਮੈਂ ਜਮ੍ਹਾਂ ਨਹੀਂ ਸਨ ਕਰਾਏ। ਮੈਂ ਸਿਰ ਉੱਤੇ ਜੋਗੀ ਰੰਗ ਦੀ ਪੱਗ ਬੰਨੀ, ਮੇਰੇ ਗਲ ਕਮੀਜ਼ ਤੇ ਲੱਕ ਪਜਾਮਾ, ਪੈਰੀ ਇੱਕ ਅੱਧ ਹੰਢੀ ਜੁੱਤੀ। ਬਸ ਇਹ ਸੀ ਮੇਰਾ ਸਮਾਨ ਕਾਲਜ ਵਿੱਚ ਪੜ੍ਹਨ ਜਾਣ ਵਾਲੇ ਦਾ। ਬੀਬੀ ਦੇ 3 ਕੱਪੜੇ, ਸੁੱਥਣ, ਨਾਲਾ ਤੇ ਹੱਥ। ਘਰ ਵਿੱਚ ਕੌਣ ਮੰਨੇ ਕਿ ਮੈਂ ਪੜ੍ਹਨ ਜਾ ਰਿਹਾ ਹਾਂ। ਮੇਰੇ ਸਿਰ ਦੀ ਜੋਗੀ ਰੰਗ ਦੀ ਪੱਗ ਉਹਨਾਂ ਨੂੰ ਸ਼ੱਕ ਪਾ ਰਹੀ ਸੀ ਕਿ ਸਾਡਾ ਸਾਹਿਬ ਸਿੰਘ ਅੱਜ ਸਦਾ ਲਈ ਘਰ ਛੱਡ ਕੇ ਸਾਧਾਂ ਦੇ ਟੋਲੇ ਵਿੱਚ ਜਾ ਰਲਣ ਲੱਗਾ ਹੈ। ਹੈ ਵੀ ਸੱਚ ਸੀ। ਮੇਰੇ ਅੰਦਰਲਾ ਮੈਨੂੰ ਇਹੀ ਆਖ ਰਿਹਾ ਸੀ, ਜੇ ਇਹ ਬਾਜ਼ੀ ਪੁੱਠੀ ਪੈ ਗਈ ਤਾਂ ਫਿਰ ਇਸ ਘਰ ਵਿੱਚ ਵੜਨ ਦਾ ਤੇਰਾ ਕੋਈ ਹੱਕ ਨਹੀਂ ਹੋਵੇਗਾ। ਅੰਤਿਮ ਵਿਛੋੜਾ ਜਾਂ ਕਾਲਜ ਦੀ ਤਿਆਰੀ। ਮੇਰੇ ਕਹਿਣ ਉੱਤੇ ਮੇਰੀ ਮਾਂ ਨੇ ਮੇਰੇ ਲਈ ਰੋਟੀ ਪਕਾਈ। ਮੈਂ ਖਾਣ ਬੈਠਾ, ਪਰ ਖਾਵੇ ਕੌਣ? ਮੇਰੀਆਂ ਭੈਣਾਂ ਰੋਣ, ਮੇਰੇ ਭਰਾ ਰੋਣ, ਮੇਰੀ ਬੌਟੀ ਰੋਵੇ, ਮੇਰੀ ਮਾਂ ਰੋਵੇ ਤੇ ਮੈਂ ਵੀ ਭੁੱਬਾ ਮਾਰ ਮਾਰ ਕੇ ਰੋਈ ਜਾਵਾਂ। ਗਰਾਹੀ ਸੰਘੋਂ ਨਾ ਲੰਘੇ, ਕੀ ਪਤਾ ਮੁੜ ਮਿਲਣਾ ਹੈ ਕਿ ਨਹੀਂ। 2-4 ਗਰਾਹੀਆਂ ਉਗਲ ਨਿਗਲ ਕਰਕੇ ਮੈਂ 6 ਸਤੰਬਰ ਨੂੰ 10 ਵਜੇ ਤੋਂ
ਪਹਿਲਾਂ ਪਹਿਲਾਂ ਘਰੋਂ ਤੁਰ ਪਿਆ ਤੇ ਅਜਨਾਲੇ ਨੂੰ ਡਾਕ ਲੈਣ ਜਾਣ ਵਾਲੇ ਹਰਕਾਰੇ ਨਾਲ ਡਾਕਖਾਨੇ ਜਾ ਰਲਿਆ। ਸ਼ਾਮ ਵੇਲੇ ਮੈਂ ਜਾ ਪਹੁੰਚਿਆ ਆਪਣੀ ਮਾਸੀ ਦੇ ਘਰ। ਫਰੀਦ ਦੇ ਚੌਂਕ ਛੱਜੂ ਮਿਸਰ ਦੀ ਗਲੀ ਵਿੱਚ। ਮਾਸੀ ਨੂੰ ਵੀ ਸ਼ੱਕ ਤਾਂ ਪਿਆ, ਪਰ ਉਸਨੂੰ ਇਹ ਆਖ ਕੇ ਟਾਲ ਦਿੱਤਾ ਕਿ ਮੈਂ ਤਾਂ ਤਾਰ ਦਾ ਕੰਮ ਸਿੱਖਣ ਚੱਲਿਆ ਹਾਂ। ਅਗਲੇਰੇ ਦਿਨ 7 ਸਤੰਬਰ ਨੂੰ ਰਾਮ ਰੱਖਾ ਮੱਲ ਨੇ ਆਉਣਾ ਸੀ। ਉਸਨੂੰ ਸਟੇਸ਼ਨ ਉੱਤੇ ਜਾ ਮਿਲਿਆ ਤੇ ਉਸ ਦੇ ਨਾਲ ਲਾਹੌਰ ਜਾ ਪਹੁੰਚਿਆ ਪੰਡਿਤ ਵਿਤਸਤਾ ਪ੍ਰਸਾਦ ਜੀ ਕੋਲ, ਜਿੱਥੇ ਉਸ ਦੀ ਠਾਹਰ ਸੀ। ਰਾਮ ਰੱਖਾ ਮੱਲ ਆਪਣਾ ਸਮਾਨ ਉੱਥੇ ਰੱਖ ਕੇ ਮੈਨੂੰ ਪੰਡਿਤ ਜੀ ਕੋਲ ਲੈ ਗਿਆ। ਪੰਡਿਤ ਜੀ ਦਿਆਲ ਸਿੰਘ ਸਕੂਲ ਦੇ ਵਿੱਚ ਹੀ ਰਹਿੰਦੇ ਸਨ। ਮੈਨੂੰ ਵੇਖ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ, ਅੱਜ ਤੂੰ ਆਪਣਾ ਸਮਾਨ ਰਾਮ ਰੱਖਾ ਮੱਲ ਦੇ ਕੋਲ ਹੀ ਰੱਖ, ਭਲਕੇ ਤੈਨੂੰ ਕਾਲਜ ਵਿੱਚ ਦਾਖਲ ਕਰਾ ਦਿਆਂਗਾ। ਮੈਂ ਆਖਿਆ, ਜੀ ਸਮਾਨ ਕਿਹਾ? ਮੈਂ ਤਾਂ ਇਸੇ ਤਰ੍ਹਾਂ ਹੀ ਹਾਂ, ਬੇਕਸਰੋਂ ਸਮਾਨ। ਉਹਨਾਂ 2 ਰੁਪਇਆਂ ਵਿੱਚੋਂ ਮੇਰੇ ਪਾਸ 6-7 ਆਨੇ ਹੀ ਬਚੇ ਹੋਏ ਸਨ। ਪੰਡਿਤ ਜੀ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ, ਅੱਛਾ ਭਲਕੇ ਸਵੇਰੇ ਆ ਜਾਈਂ। ਪਹਿਲਾਂ ਮੈਂ ਤੇਰੇ ਵਾਸਤੇ ਕੱਪੜੇ ਤਿਆਰ ਕਰਵਾਵਾਂਗਾ, ਫਿਰ ਪਰਸੋਂ ਤੂੰ ਕਾਲਜ ਵਿੱਚ ਜਾ ਦਾਖਲ ਹੋਈਂ। ਧਰਵਾਸ। ਕਾਲਜ ਵਿੱਚ ਆਉਂਦਿਆਂ ਰਸਤੇ ਵਿੱਚ ਹੀ ਮੈਨੂੰ ਮਿਲ ਪਿਆ ਮੇਰਾ ਇੱਕ ਪੁਰਾਣਾ ਜਮਾਤੀ ਇਕਬਾਲ ਸਿੰਘ। ਉਹ ਹੁਣ ਦਿਆਲ ਸਿੰਘ ਕਾਲਜ ਵਿੱਚ BA ਵਿੱਚ ਦਾਖਲ ਹੋਇਆ ਸੀ। ਉਸ ਨੂੰ ਮਿਲ ਕੇ ਮੈਨੂੰ ਕਾਫੀ ਹੌਸਲਾ ਬਣ ਗਿਆ। ਮੇਰੀ ਗਰੀਬੀ ਉੱਤੇ ਚੋਭ ਭਰਿਆ ਮਾਹੌਲ। ਸਾਡੇ ਪਿੰਡ ਤੋਂ ਦੱਖਣ ਵਾਲੇ ਪਾਸੇ 1.25 ਕੁ ਮੀਲ ਦੀ ਵਿੱਥ ਉੱਤੇ ਇੱਕ ਪਿੰਡ ਹੈ ਕੰਗ। ਇਸ ਤੋਂ ਅਗਾਂਹ ਪਿੰਡ ਹੈ ਚੌਧਰੀ ਚਾਣਾ ਤੇ ਇਸ ਤੋਂ ਅਗਾਂਹ ਰਾਵੀ ਦੇ ਤਕਰੀਬਨ ਕੰਢੇ ਉੱਤੇ ਹੈ ਪਿੰਡ ਵਧਾਈ ਚੀਮਾ। ਵਧਾਈ ਚੀਮੇ ਦਾ ਇੱਕ ਲੜਕਾ ਹਜ਼ਾਰਾ ਸਿੰਘ ਲਾਹੌਰ ਗੌਰਮਿੰਟ ਕਾਲਜ ਵਿੱਚ ਪੜ੍ਹਦਾ ਸੀ। ਇੱਕ ਦਿਨ ਮੈਂ ਤਸੀਲੇ ਗਿਆ। ਕਾਲਜ ਦੇ ਖੁੱਲ੍ਹਣ ਵਿੱਚ 4-5 ਦਿਨ ਰਹਿੰਦੇ ਸਨ। ਤਸੀਲੇ ਮੈਨੂੰ ਹਜ਼ਾਰਾ ਸਿੰਘ ਮਿਲ ਗਿਆ। ਚੰਗੇ ਚੌਖੇ ਘਰ ਦਾ ਸੀ ਹਜ਼ਾਰਾ ਸਿੰਘ। ਕਾਲਜ ਵਿੱਚ ਪੜ੍ਹਨ ਕਰਕੇ ਮੇਰੇ ਨਾਲ ਵੀ ਉਸ ਦੀ ਰਤਾ ਸਾਂਝ ਹੋ ਗਈ। ਹਜ਼ਾਰਾ ਸਿੰਘ ਦੇ ਨਾਲ ਉਸ ਦਾ ਪਿਤਾ ਸੀ ਤੇ ਪਿੰਡ ਦੇ 3-4 ਆਦਮੀ ਹੋਰ ਸਨ। ਮੈਂ ਪੁੱਛਿਆ, ਹਜ਼ਾਰਾ ਸਿੰਘ ਜੀ ਕਦੋਂ ਚੱਲਣਾ ਹੈ ਲਾਹੌਰ? ਮੈਨੂੰ ਕਹਿਣ ਲੱਗਾ, ਕਿਉਂ, ਤੂੰ ਕਿਉਂ ਪੁੱਛਦਾ ਹੈ? ਮੈਂ ਉੱਤਰ ਦਿੱਤਾ ਕਿ ਮੈਂ ਵੀ BA ਕਰਨ ਵਾਸਤੇ ਗੌਰਮਿੰਟ ਕਾਲਜ ਵਿੱਚ ਦਾਖਲ ਹੋਣਾ ਹੈ। ਹਜ਼ਾਰਾ ਸਿੰਘ ਨੇ ਮੈਥੋਂ ਇਹ ਸੁਣ ਕੇ ਬੜਾ ਨੱਕ ਚਾੜਿਆ ਤੇ ਕਹਿਣ ਲੱਗਾ, ਸ਼ਕਲ ਤਾਂ ਵੇਖੋ ਗੌਰਮਿੰਟ ਕਾਲਜ ਵਿੱਚ ਦਾਖਲ ਹੋਣ ਵਾਲੇ ਦੀ। ਤੂੰ 10 ਸਾਲ ਇੱਕ ਕੋਟ ਨਾਲ ਗੁਜ਼ਾਰਨੇ ਹਨ ਤੇ ਉੱਥੇ ਲੜਕੇ ਇੱਕ ਦਿਨ ਵਿੱਚ 10-10 ਬਦਲਾਉਂਦੇ ਨੇ। ਜਾਤ ਦੀ ਕੋੜ ਕਿੱਲੀ ਤੇ ਸ਼ਤੀਰਾਂ ਨਾਲ ਜੱਫੇ। ਗੱਲ ਸੱਚੀ ਆਖੀ ਹਜ਼ਾਰਾ ਸਿੰਘ ਨੇ, ਪਰ ਮੈਨੂੰ ਰਤਾ ਚੋਭ ਜਿਹੀ ਲੱਗੀ। ਮੈਂ ਉੱਤਰ ਦਿੱਤਾ, ਹਜ਼ਾਰਾ ਸਿੰਘ ਜੀ ਮੈਂ ਉੱਥੇ ਸਿਰਫ ਪੜ੍ਹਨ ਜਾਣਾ ਹੈ, ਕੋਟ ਪਾਉਣ ਦੀ ਜਾਂਚ ਸਿੱਖਣ ਨਹੀਂ ਜਾਣਾ। ਹਜ਼ਾਰਾ ਸਿੰਘ ਦੇ ਲਫ਼ਜ਼ਾਂ ਨੂੰ ਮੈਂ ਫਿਰ ਗੌਰ ਨਾਲ ਵਿਚਾਰਿਆ ਤੇ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਚੂੰਕਿ ਗੌਰਮਿੰਟ ਕਾਲਜ ਵਿੱਚ ਆਮ ਤੌਰ 'ਤੇ ਅਮੀਰਾਂ ਦੇ ਲੜਕੇ ਹੀ ਪੜ੍ਹਦੇ ਸਨ, ਮੈਂ ਉਹਨਾਂ ਨਾਲ ਬਹੁਤੀ ਸਾਂਝ ਨਹੀਂ ਪਾਣੀ। ਜੋ ਹਉਮੈ ਹਜ਼ਾਰਾ ਸਿੰਘ ਨੇ ਆਪਣੇ ਰਵੱਈਏ ਵਿੱਚ ਦਿਖਾਈ ਹੈ, ਇਹ ਕਈ ਹੋਰ ਲੜਕੇ ਵੀ ਵਿਖਾ ਸਕਦੇ ਹਨ। ਮਾਇਆ ਧਾਰੀਆਂ ਤੋਂ ਦੂਰ ਰਹਿਣਾ ਹੀ ਠੀਕ ਰਸਤਾ ਹੋਵੇਗਾ। ਗੌਰਮਿੰਟ ਕਾਲਜ ਵਿੱਚ ਦਾਖਲ। ਗੌਰਮਿੰਟ ਕਾਲਜ ਵਿੱਚ ਦਾਖਲਾ ਸਿਰਫ ਇੱਕੋ ਦਿਨ ਹੀ ਹੁੰਦਾ ਸੀ। ਮੈਂ ਠੀਕ ਵੇਲੇ ਸਿਰ ਜਾ ਪਹੁੰਚਿਆ। ਹਜ਼ਾਰਾ ਸਿੰਘ ਅੱਗੇ ਉੱਥੇ ਹੀ ਸੀ। ਉਹ ਮੈਨੂੰ ਦਾਖਲ ਹੋਣ ਵਾਲੇ ਕਮਰੇ ਵਿੱਚ ਲੈ ਗਿਆ ਤੇ ਮੈਂ ਦਾਖਲ ਹੋ ਗਿਆ। BA ਵਿੱਚ ਮੈਂ ਮਜ਼ਮੂਨ ਲਏ ਅੰਗਰੇਜ਼ੀ, ਹਿਸਾਬ A ਅਤੇ ਸੰਸਕ੍ਰਿਤ। ਸਿਹਤ ਵੱਲ ਦਿਲਚਸਪੀ। ਕਾਲਜ ਨੇ ਬਰੇਡਲਾ ਹਾਲ ਦੇ ਕੋਲੋਂ 2 ਕੋਠੀਆਂ ਲਈਆਂ ਹੋਈਆਂ ਸਨ 3rd ਈਅਰ ਦੇ ਵਿਦਿਆਰਥੀਆਂ ਦੀ ਰਿਹਾਇਸ਼ ਵਾਸਤੇ। ਦਿਆਲ ਸਿੰਘ ਕਾਲਜ ਵਿੱਚੋਂ ਆਏ ਅਸੀਂ 4 ਲੜਕੇ ਇੱਕੋ ਕੋਠੀ ਵਿੱਚ ਇਕੱਠੇ ਹੀ ਰਹੇ। ਜੈਮਲ ਸਿੰਘ, ਹਜ਼ਾਰਾ ਸਿੰਘ, ਖੜਕ ਸਿੰਘ ਤੇ ਮੈਂ। ਉਂਝ ਤਾਂ ਸਾਰੇ ਹੀ ਮਜ਼ਮੂਨਾਂ ਵਿੱਚ ਠੀਕ ਸਾਂ, ਪਰ ਸੰਸਕ੍ਰਿਤੀ ਨਾਲ ਮੇਰਾ ਖਾਸ ਪਿਆਰ ਸੀ। ਥੋੜ੍ਹੇ ਹੀ ਦਿਨਾਂ ਵਿੱਚ ਸੰਸਕ੍ਰਿਤ ਦੇ ਪ੍ਰੋਫੈਸਰ ਲਾਲਾ ਕੁਲਬਹਾਰ ਸਿੰਘ ਜੀ ਨੇ ਇਹ ਗੱਲ ਜਾਂਚ ਲਈ ਸੀ ਤੇ ਉਹ ਮੇਰੇ ਨਾਲ ਬੜਾ ਪਿਆਰ ਕਰਨ ਲੱਗ ਪਏ। ਸੋਨੇ ਉੱਤੇ ਸੁਹਾਗੇ ਦਾ ਕੰਮ ਹੋ ਗਿਆ। ਮਿਡਲ ਤੱਕ ਮੈਂ ਜਮਾਤ ਵਿੱਚ ਸਾਰੇ ਮੁੰਡਿਆਂ ਨਾਲੋਂ ਕੱਦ ਵਿੱਚ ਛੋਟਾ ਹੋਇਆ ਕਰਦਾ ਸਾਂ, ਬਿਲਕੁਲ ਮਾੜੂਆ ਜਿਹਾ। ਪਰ ਹਾਈ ਸਕੂਲ ਪਸਰੂਰ ਵਿੱਚ ਆ ਕੇ ਮੈਨੂੰ ਵਰਜਿਸ਼ ਕਰਨ ਦਾ ਸ਼ੌਂਕ ਪੈ ਗਿਆ। ਦੌੜਾਂ ਲਗਾਉਣੀਆਂ ਤੇ ਡੰਡ ਕੱਢਣੇ ਮੈਨੂੰ ਰੋਜ਼ਾਨਾ
ਆਹਰ ਬਣ ਗਿਆ। ਪੈਰਲਲ ਬਾਰ ਉੱਤੇ ਹੁਲਾਰੇ ਨਾਲ ਡੰਡ ਕੱਢਣ ਦਾ ਮੈਨੂੰ ਖਾਸ ਸ਼ੌਂਕ ਸੀ। ਮੈਂ ਹਰ ਰੋਜ਼ ਲੌਡੇ ਪੈਰ ਫੁੱਟਬਾਲ ਵੀ ਖੇਡਿਆ ਕਰਦਾ ਸਾਂ। ਸੀਨੀਅਰ ਸਪੈਸ਼ਲ ਜਮਾਤ ਤੱਕ ਅੱਪੜ ਕੇ ਮੇਰਾ ਕੱਦ ਲੰਮਾ ਹੋ ਗਿਆ। ਕੀ ਪੀਦੀ ਦਾ ਸ਼ੋਰਬਾ। ਮੈਂ ਭਲਵਾਨ ਤਾਂ ਨਾ ਬਣਿਆ, ਪਰ ਢਾਂਗੇ ਨਾਲ ਪਤਾਊਂ ਲਾਹੁਣ ਵਾਲਾ ਪੰਡਿਤ ਸ਼ਿਵ ਦਿਆਲ ਜੀ ਦਾ ਤੋਖਲਾ ਵੀ ਨਾ ਰਿਹਾ। ਸੋ ਬੱਚਿਓ, ਇਹ ਸੀ ਉਹਨਾਂ ਦੀ ਜ਼ਿੰਦਗੀ। ਦੇਖੋ ਉਹਨਾਂ ਨੇ ਕਿੰਨਾ ਕੁਝ ਝੱਲਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ, ਹੈ ਨਾ। ਅਤੇ ਉਹ ਚਾਹੁੰਦੇ ਤਾਂ ਹਟ ਕੇ ਬੈਠ ਸਕਦੇ ਸਨ, ਪਰ ਉਹਨਾਂ ਨੇ ਹਟ ਕੇ ਬੈਠਣਾ ਮਨਜ਼ੂਰ ਨਾ ਕੀਤਾ, ਸਗੋਂ ਅੱਗੇ ਪੜ੍ਹਾਈ ਸ਼ੁਰੂ ਕਰ ਦਿੱਤੀ। ਅਤੇ ਫਿਰ ਹੁਣ ਇਹਨਾਂ ਦੇ ਨਾਲ ਸੰਬੰਧਿਤ ਜੋ ਪ੍ਰਸ਼ਨ ਉੱਤਰ ਨੇ ਉਹ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਬੱਚਿਓ ਸਾਰ ਹੀ ਹੈ, ਠੀਕ ਹੈ ਨਾ। ਸਾਰ ਵੈਸੇ ਆਪਾਂ ਪੂਰੀ ਦੀ ਪੂਰੀ ਜੋ ਸਵੈ ਜੀਵਨੀ ਅੰਸ਼ ਹੈ ਉਹ ਕਰ ਚੁੱਕੇ ਹਾਂ, ਪਰ ਫਿਰ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। ਧੂੜ ਭਰੇ ਰਾਹ ਪ੍ਰਿੰਸੀਪਲ ਸਾਹਿਬ ਜੀ ਦੀ ਜੋ ਸਵੈ ਜੀਵਨੀ ਹੈ, ਠੀਕ ਹੈ ਨਾ, ਮੇਰੀ ਜੀਵਨ ਕਹਾਣੀ ਵਿੱਚੋਂ ਲਿਆ ਗਿਆ ਹੈ ਇੱਕ ਅੰਸ਼। ਇਸ ਵਿੱਚ ਲੇਖਕ ਨੇ ਆਪਣੀ ਪੜ੍ਹਾਈ ਅਤੇ ਗਰੀਬੀ ਦੀ ਹਾਲਤ ਦਾ ਬਹੁਤ ਵਰਣਨ ਕੀਤਾ ਹੈ। ਲੇਖਕ ਮੁੱਢਲੀ ਪੜ੍ਹਾਈ ਲਈ ਪਹਿਲਾਂ ਆਪਣੇ ਪਿੰਡ ਵਿੱਚ, ਜਿਸ ਦਾ ਨਾਂ ਥਰਪਾਲ ਸੀ, ਵਿੱਚ ਮੀਆਂ ਹਯਾਤ ਖਾਂ ਕੋਲ ਪੜ੍ਹਿਆ, ਅਤੇ ਫਿਰ ਉਸ ਤੋਂ ਬਾਅਦ ਉਹ ਅੱਗੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ। ਅਤੇ ਮਿਡਲ ਸਕੂਲ ਦੇ ਵਿੱਚ ਗਣਿਤ ਨੂੰ ਖਾਸ ਉਹਨਾਂ ਦਾ ਧਿਆਨ ਸੀ ਕਿ ਮਾਸਟਰ ਜੀ ਉਹਨਾਂ ਤੋਂ ਬਹੁਤ ਖੁਸ਼ ਹੁੰਦੇ ਸਨ। ਫਿਰ ਪਸਰੂਰ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਏ ਅਤੇ ਸੰਸਕ੍ਰਿਤ ਵਿੱਚ ਲਗਨ ਪੈ ਗਈ। ਉਹਨੂੰ ਬਹੁਤ ਸੰਸਕ੍ਰਿਤ ਪਸੰਦ ਸੀ ਉਹਨਾਂ ਨੂੰ। ਫਿਰ ਡਾਕਖਾਨੇ ਦੇ ਵਿੱਚ ਵੀ ਨੌਕਰੀ ਕੀਤੀ। ਫਿਰ ਉਸ ਤੋਂ ਬਾਅਦ ਉਹ ਕਾਲਜ ਚਲੇ ਗਏ ਸਨ। ਪੰਡਿਤ ਵਿਤਸਤਾ ਪ੍ਰਸਾਦ ਦੀ ਸਹਾਇਤਾ ਨਾਲ ਉਹ ਗੌਰਮੈਂਟ ਕਾਲਜ ਦੇ ਵਿੱਚ ਪੜ੍ਹਨ ਲਈ ਚਲੇ ਗਏ ਸਨ। ਫਿਰ ਉਸ ਤੋਂ ਬਾਅਦ ਆ ਗਿਆ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੀ ਸਵੈ ਜੀਵਨੀ ਅੰਸ਼। ਧੂੜ ਭਰੇ ਰਾਹ ਵਿੱਚੋਂ ਉਸ ਸਮੇਂ ਦੀ ਸਰਕਾਰੀ ਸਿੱਖਿਆ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਪ੍ਰਿੰਸੀਪਲ ਸਾਹਿਬ ਸਿੰਘ ਜੀ ਦੀ ਜੋ ਸਵੈ ਜੀਵਨੀ ਹੈ ਨਾ, ਉਸ ਦੇ ਵਿੱਚੋਂ ਆਪਾਂ ਨੂੰ 19ਵੀਂ ਸਦੀ ਦੇ ਅੰਤਮ 2-3 ਸਾਲਾਂ ਅਤੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਚੱਲ ਰਹੀ ਸਕੂਲੀ ਜਿਹੜੀ ਸਿੱਖਿਆ ਸੀ ਉਹਦੀ ਪੂਰੀ ਝਲਕ ਮਿਲਦੀ ਹੈ। ਉਸ ਸਮੇਂ ਆਮ ਪਿੰਡਾਂ ਵਿੱਚ ਪ੍ਰਾਇਮਰੀ ਅਤੇ ਮਿਡਲ ਸਕੂਲ ਨਹੀਂ ਸਨ, ਸਗੋਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਹੀ ਸਨ। ਹਾਈ ਸਕੂਲ ਵੱਡੇ ਕਸਬਿਆਂ ਜਾਂ ਸ਼ਹਿਰਾਂ ਵਿੱਚ ਹੀ ਹੁੰਦੇ ਸਨ। ਕਾਲਜ ਤਾਂ ਲਾਹੌਰ ਵਰਗੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ। ਸਕੂਲਾਂ ਦੇ ਵਿੱਚ ਅਲੱਗ-ਅਲੱਗ ਬੱਚੇ ਪੜ੍ਹਦੇ ਸਨ, ਹਿੰਦੂ, ਸਿੱਖ, ਮੁਸਲਮਾਨ, ਠੀਕ ਹੈ। ਅਧਿਆਪਕ ਵੀ ਅਲੱਗ-ਅਲੱਗ ਹੁੰਦੇ ਸਨ। ਮਿਹਨਤੀ ਅਧਿਆਪਕ ਸਨ। ਬੱਚੇ ਵੀ ਅਧਿਆਪਕਾਂ ਦਾ ਪੂਰਾ ਸਹਿਯੋਗ ਦਿੰਦੇ ਸਨ। ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਜਮਾਤ ਦਾ ਇਮਤਿਹਾਨ ਲੈਣ ਲਈ ਇੰਸਪੈਕਟਰ ਆਉਂਦੇ ਸਨ, ਠੀਕ ਹੈ ਨਾ। 3-4 ਜਿਹੜੇ ਸਕੂਲਾਂ ਦੇ ਬੱਚਿਆਂ ਨੂੰ ਇੱਕ ਥਾਂ ਇਕੱਠੇ ਕਰ ਲੈਂਦੇ ਸਨ। ਸ਼ਾਬਾਸ਼ ਵੀ ਮਿਲੀ ਸੀ ਲੇਖਕ ਨੂੰ। ਸਕੂਲਾਂ ਵਿੱਚ ਉਰਦੂ, ਫਾਰਸੀ, ਸੰਸਕ੍ਰਿਤ ਅਤੇ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ। 6ਵੀਂ 7ਵੀਂ 8ਵੀਂ ਵਿੱਚ ਓਕਲੈਟਸ ਰੇਖਾ ਗਣਿਤ ਦੀ ਜੋ ਹੁੰਦੀ ਹੈ ਉਹ ਪੜ੍ਹਾਈ ਕਰਵਾਈ ਜਾਂਦੀ ਸੀ। 8ਵੀਂ ਵਿੱਚ ਚੰਗੇ ਨੰਬਰ ਲੈਣ ਵਾਲਿਆਂ ਨੂੰ ਆਮ ਕਰਕੇ 4 ਰੁਪਏ ਵਜ਼ੀਫਾ ਵੀ ਮਿਲਦਾ ਸੀ ਅਤੇ 8ਵੀਂ ਵਿੱਚੋਂ ਫਸਟ ਰਹਿਣ ਵਾਲੇ ਨੂੰ 6 ਰੁਪਏ। ਹਾਈ ਸਕੂਲ ਵਿੱਚ 2 ਸਾਲ ਸਿਰਫ ਅੰਗਰੇਜ਼ੀ ਹੀ ਪੜ੍ਹਨੀ ਪੈਂਦੀ ਸੀ। ਜੂਨੀਅਰ ਸਪੈਸ਼ਲ ਅਤੇ ਸੀਨੀਅਰ ਸਪੈਸ਼ਲ ਵਿੱਚ 10ਵੀਂ ਦਾ ਇਮਤਿਹਾਨ ਯੂਨੀਵਰਸਿਟੀ ਲੈਂਦੀ ਸੀ। ਫਿਰ ਉਸ ਤੋਂ ਬਾਅਦ ਆ ਗਿਆ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਕਿਸ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਗਰੀਬ ਬਹੁਤ ਸਨ ਉਹ। 10ਵੀਂ ਦੇ ਦਾਖਲੇ ਵਿੱਚ ਉਸਦੀ ਭੂਆ ਨੇ ਆਪਣੀਆਂ ਟੂਮਾਂ ਸਨ ਜੋ ਉਹ ਗਹਿਣੇ ਰੱਖ ਕੇ ਕਰਜ਼ਾ ਲਿਆ ਸੀ। 10ਵੀਂ ਪਿੱਛੋਂ ਗਰੀਬੀ ਕਾਰਨ ਉਹ ਕਾਲਜ ਵਿੱਚ ਪੜ੍ਹਨ ਦੀ ਇੱਛਾ ਪੂਰੀ ਨਾ ਹੋਈ। ਡਾਕਖਾਨੇ ਦੇ ਵਿੱਚ ਨੌਕਰੀ ਕਰਨ ਲਈ ਜਦੋਂ ਸਿਆਲਕੋਟ ਗਏ ਤਾਂ ਉਹਨਾਂ ਕੋਲ ਇੰਨੇ ਕੁ ਪੈਸੇ ਨਹੀਂ ਸੀ ਵੀ ਉਹ ਕੁਝ ਖਰੀਦ ਲੈਣ। ਤਾਂ ਸਾਰੇ ਪਿੰਡ ਤੋਂ ਪੁੱਛਿਆ, ਕਿਸੇ ਨੇ ਪੈਸੇ ਨਹੀਂ ਦਿੱਤੇ। ਆਖਰ ਉਹਨਾਂ ਦੇ ਘਰ ਜਿਹੜੀ ਕੂੜਾ ਸੁੱਟਦੀ ਸੀ ਜਨਾਨੀ, ਉਸ ਕੋਲੋਂ ਉਸਦੀ ਮਾਂ ਨੇ ਪੈਸੇ ਲਏ ਅਤੇ ਨਵੀਂ ਜੁੱਤੀ ਪਾਈ। ਨਵੀਂ ਜੁੱਤੀ ਲੱਗਣ ਲੱਗ ਗਈ ਅਤੇ ਪੁਰਾਣੀ ਜੁੱਤੀ ਦੇ ਜੋ ਥੱਲਾ ਸੀ ਉਹ ਫਟਿਆ ਹੋਇਆ ਸੀ, ਜਿਸ ਕਰਕੇ ਉਹਨਾਂ ਦੇ ਪੈਰਾਂ ਦੇ ਛਾਲੇ ਪਏ ਹੋਏ ਸਨ, ਠੀਕ ਹੈ ਨਾ। ਬਹੁਤ ਬੁਰੀ ਤਰ੍ਹਾਂ ਉਹ ਗਰੀਬੀ ਦੇ ਰਾਹਾਂ 'ਚੋਂ ਲੰਘ ਕੇ ਡਾਕਖਾਨੇ ਵਿੱਚ ਗਏ। ਫਿਰ ਉਸ ਤੋਂ ਬਾਅਦ ਪੰਡਿਤ ਵਿਤਸਤਾ ਪ੍ਰਸਾਦ ਜੀ ਨੇ ਕਿਹਾ ਵੀ ਉਹ ਕਾਲਜ ਦੇ ਵਿੱਚ ਲੱਗ ਜਾਣ, ਤਾਂ ਕਿਉਂਕਿ ਡਾਕਖਾਨੇ ਦੀ ਨੌਕਰੀ ਨਾਲ, ਤਨਖਾਹ ਨਾਲ ਉਹਨਾਂ ਦੇ ਘਰ ਦੇ ਗੁਜ਼ਾਰੇ ਨਹੀਂ ਸਨ ਹੁੰਦੇ। ਕਰਜ਼ਾ ਇੰਨਾ ਜ਼ਿਆਦਾ ਸੀ, ਵਿਆਜ ਹੀ ਨਹੀਂ ਸੀ ਮੁੜਦਾ, ਇਸ ਕਰਕੇ ਉਹ ਫਿਰ ਬਾਅਦ ਦੇ ਵਿੱਚ ਉੱਥੇ ਜੋ ਪੜ੍ਹਾਈ ਕਰਨ ਵਾਸਤੇ ਚਲੇ ਗਏ ਸਨ, ਠੀਕ ਹੈ ਨਾ। ਉਹਨਾਂ ਕੋਲ ਸਿਰਫ 2 ਰੁਪਏ ਸਨ। ਲਾਹੌਰ ਪੰਡਿਤ ਜੀ ਕੋਲ ਪਹੁੰਚਦੇ ਉਸ ਕੋਲ ਕੇਵਲ 7 ਆਨੇ ਰਹਿ ਗਏ ਸਨ, ਠੀਕ ਹੈ। ਪੰਡਿਤ ਜੀ ਨੇ ਉਹਨਾਂ ਨੂੰ ਕੱਪੜੇ ਸਵਾ ਕੇ ਦਿੱਤੇ। ਅੱਗੇ ਆ ਗਿਆ ਪ੍ਰਿੰਸੀਪਲ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਕਿਉਂ ਛੱਡ ਦਿੱਤੀ। ਨੌਕਰੀ ਛੱਡਣ ਉਪਰੰਤ ਉਸਨੇ ਕੀ ਕੰਮ ਕਰਨਾ ਸੀ।
ਆਪਾਂ ਕਰ ਚੁੱਕੇ ਹਾਂ, ਕਿਉਂਕਿ ਡਾਕਖਾਨੇ ਦੀ ਜੋ ਤਨਖਾਹ ਸੀ ਉਹਨਾਂ ਕਰਕੇ ਉਹਨਾਂ ਦਾ ਘਰ ਦਾ ਜੋ ਵਿਆਜ ਸੀ ਉਹੀ ਨਹੀਂ ਸੀ ਪੂਰਾ ਹੁੰਦਾ, ਕਰਜ਼ਾ ਬਹੁਤ ਜ਼ਿਆਦਾ ਸੀ। ਬਾਕੀ ਉਹਨਾਂ ਦੇ ਅੰਦਰ ਲਗਨ ਸੀ ਕਾਲਜ ਪੜ੍ਹਨ ਦੀ, ਅਤੇ ਉਹ ਚਾਹੁੰਦੇ ਸਨ ਵੀ ਜੇ ਮੈਂ ਕਾਲਜ 'ਚ ਪੜ੍ਹ ਲਾਂਗਾ ਤਾਂ ਨੌਕਰੀ ਚੰਗੀ ਮਿਲ ਕੇ ਉਹਨਾਂ ਦਾ ਸਾਰਾ ਕਰਜ਼ਾ ਉਤਰ ਜਾਏਗਾ। ਅੱਗੇ ਆ ਗਿਆ ਧੂੜ ਭਰੇ ਰਾਹ ਸਵੈ ਜੀਵਨੀ ਅੰਸ਼ ਵਿੱਚੋਂ ਪ੍ਰੋਫੈਸਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਜੋ ਸ਼ਖਸੀਅਤ ਹੈ ਉਸਦਾ ਕਿਸ ਤਰ੍ਹਾਂ ਚਿੱਤਰ ਸਾਡੇ ਸਾਹਮਣੇ ਆਉਂਦਾ ਉੱਭਰ ਕੇ ਦੱਸੋ। ਆਪਾਂ ਕਹਾਂਗੇ ਵੀ ਉਹ ਬਹੁਤ ਮਿਹਨਤੀ ਸਨ, ਇੱਕ ਲਾਇਕ ਵਿਦਿਆਰਥੀ ਸਨ। ਸ਼ੁਰੂ ਦੇ ਵਿੱਚ ਉਹਨਾਂ ਦਾ ਕੱਦ ਛੋਟਾ ਸੀ ਅਤੇ ਉਹਨਾਂ ਦੇ ਮਾਸਟਰ ਜੀ ਉਹਨਾਂ ਨੂੰ ਮਜ਼ਾਕ ਕਰਦੇ ਹੁੰਦੇ ਸਨ ਕਿ ਉਹ ਜੋ ਬੈਂਗਣ ਹਨ ਉਹ ਵੀ ਉਹ ਸੋਟੀ ਦੇ ਨਾਲ ਤੋੜਿਆ ਕਰਨਗੇ, ਠੀਕ ਹੈ ਨਾ। ਸੋ ਇਸ ਕਰਕੇ ਉਹ ਫਿਰ ਹੌਲੀ ਸਿਹਤ ਲਈ ਵੀ ਉਹ ਜਾਗਰੂਕ ਹੋ ਗਏ। ਉਹਨਾਂ ਨੂੰ ਉਰਦੂ, ਫਾਰਸੀ, ਗੁਰਮੁਖੀ, ਦੇਵਨਾਗਰੀ, ਸੰਸਕ੍ਰਿਤ, ਅੰਗਰੇਜ਼ੀ, ਗਣਿਤ ਕਾਫੀ ਗਿਆਨ ਪ੍ਰਾਪਤ ਹੋ ਗਿਆ। ਫਿਰ ਉਹ ਡਾਕਖਾਨੇ ਦੇ ਵਿੱਚ ਨੌਕਰੀ ਕਰਨ ਲੱਗ ਗਏ। ਫਿਰ ਉਸ ਤੋਂ ਬਾਅਦ ਉਹ ਕਾਲਜ ਦੇ ਵਿੱਚ ਚਲੇ ਗਏ। ਸੂਝਵਾਨ ਸੀ, ਘਰ ਦੇ ਹਾਲਾਤਾਂ ਤੋਂ ਬਹੁਤ ਦੁਖੀ ਸੀ, ਠੀਕ ਆ, ਪਰ ਉਹ ਨੀਡਰ ਵੀ ਸੀ। ਗਰੀਬੀ ਨੇ ਉਹਨਾਂ ਨੂੰ ਝੰਜੋੜ ਰੱਖਿਆ ਸੀ, ਪਰ ਉਹਨਾਂ ਨੇ ਕਦੀ ਹਿੰਮਤ ਨਹੀਂ ਸੀ ਹਾਰੀ। ਬਾਕੀ ਇਸ ਤੋਂ ਇਲਾਵਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਚਾਹਨਾ ਵੀ ਰੱਖਦੇ ਸਨ ਅਤੇ ਮੁਸੀਬਤਾਂ ਤੋਂ ਨਾ ਘਬਰਾਉਂਦੇ ਹੋਏ ਜਿਹੜੇ ਇੱਕ ਬਦਲਾਅ 'ਤੇ ਵੀ ਯਕੀਨ ਰੱਖਦੇ ਸਨ ਵੀ ਸਾਡੇ ਘਰ 'ਚ ਗਰੀਬੀ ਹੈ, ਮੈਂ ਇਹਨੂੰ ਬਦਲਣਾ। ਫਿਰ ਉਸ ਤੋਂ ਬਾਅਦ ਸਾਹਿਬ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਨਾ ਕਿੱਥੋਂ ਮਿਲੀ? ਬਹੁਤ ਥਾਵੋਂ ਮਿਲੀ, ਠੀਕ ਹੈ। ਛੋਟੇ ਹੁੰਦੇ ਜਦੋਂ ਪ੍ਰਾਇਮਰੀ ਦੇ ਅਧਿਆਪਕ ਕਾਜ਼ੀ ਜਲਾਲਦੀਨ ਤੋਂ ਮਤਲਬ ਉਹਨਾਂ ਨੂੰ ਪ੍ਰੇਰਨਾ ਮਿਲੀ। ਉਹ ਵਾਰ ਉਹਨਾਂ ਦੇ ਪਿਤਾ ਨੂੰ ਕਹਿੰਦੇ ਸਨ ਕਿ ਬੱਚੇ ਨੂੰ ਅੱਗੇ ਪੜ੍ਹਾਓ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਆਰੀਆ ਸਮਾਜ ਦੇ ਪ੍ਰਚਾਰਕ ਦੇ ਮੂੰਹੋਂ ਸੰਸਕ੍ਰਿਤ ਦੇ ਸ਼ਲੋਕ ਸੁਣੇ, ਜਿਹਦੇ ਅੰਦਰ ਉਹਨਾਂ ਦੀ ਪ੍ਰੇਰਨਾ ਜਾਗੀ। ਫਿਰ ਪੰਡਿਤ ਵਿਤਸਤਾ ਪ੍ਰਸਾਦ ਤੋਂ ਉਹਨਾਂ ਦਾ ਹੌਸਲਾ ਜਿਹੜਾ ਉਹਨੂੰ ਬੁਲੰਦੀਆਂ ਤੱਕ ਉਹਨਾਂ ਨੇ ਪਹੁੰਚਾਇਆ ਅਤੇ ਸਹਾਇਤਾ ਵੀ ਉਹਨਾਂ ਵੱਲੋਂ ਮਿਲਦੀ ਰਹੀ, ਠੀਕ ਹੈ। ਫਿਰ ਉਹ ਡਾਕਖਾਨੇ ਦੀ ਨੌਕਰੀ ਛੁਡਵਾ ਕੇ ਉਹਨਾਂ ਨੂੰ ਪੜ੍ਹਾਈ ਅੱਗੇ ਕਰਨ ਦਾ ਮੌਕਾ ਦਿੱਤਾ, ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਸੰਖੇਪ ਪ੍ਰਸ਼ਨ ਉੱਤਰ ਕਰਦੇ ਹਾਂ। ਅਤੇ ਇਹ ਜੋ ਪ੍ਰਸ਼ਨ ਉੱਤਰ ਨੇ ਬੱਚੋ, ਇਹਨਾਂ ਤੋਂ ਇਲਾਵਾ ਆਪਾਂ ਤੁਹਾਨੂੰ ਹੋਰ ਵੀ ਪ੍ਰਸ਼ਨ ਉੱਤਰ ਜਿਹੜੇ ਕਰਵਾਵਾਂਗੇ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੰਮ ਆਉਣ ਇਹ, ਅਤੇ ਨਾਲ ਦੀ ਨਾਲ ਮਤਲਬ ਤੁਹਾਨੂੰ ਹੋਰ ਜਾਣਕਾਰੀ ਵੀ ਦੇਣ, ਪੇਪਰਾਂ ਦੇ ਵਿੱਚ ਵੀ ਕੰਮ ਆਉਣ, ਠੀਕ ਹੈ। ਅਤੇ ਕਿਹਨਾਂ ਨੇ ਲਿਖਿਆ ਇਹ? ਪ੍ਰਿੰਸੀਪਲ ਸਾਹਿਬ ਸਿੰਘ ਨੇ। ਅਤੇ ਸਵੈ ਜੀਵਨੀ ਅੰਸ਼ ਵਿੱਚ ਜਿਹੜੀ ਅੰਸ਼ ਹੈ ਇਹ ਕਿੱਥੋਂ ਲਿਆ ਗਿਆ? ਇਹ ਮੇਰੀ ਜੀਵਨ ਕਹਾਣੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਪ੍ਰਸਿੱਧ ਕਵੀ ਕੌਣ? ਹਾਸ਼ਮ ਸ਼ਾਹ। ਹਾਸ਼ਮ ਸ਼ਾਹ ਕਿੱਥੋਂ ਦਾ ਰਹਿਣ ਵਾਲਾ ਸੀ? ਜਗਦੇਵ ਕਲਾਂ ਦਾ। ਹਾਸ਼ਮ ਸ਼ਾਹ ਦੇ ਪੁੱਤਰ ਦਾ ਕੀ ਨਾਂ ਸੀ? ਮੀਆਂ ਹਯਾਤ ਖਾਂ। ਅਤੇ ਪ੍ਰਿੰਸੀਪਲ ਸਾਹਿਬ ਸਿੰਘ ਦੇ ਬਾਪ ਨੇ ਉਸ ਨੂੰ ਪਿੰਡ ਦੇ ਮੀਆਂ ਜੀ ਕੋਲੋਂ ਉਠਾ ਕੇ ਕਿੱਥੇ ਦਾਖਲ ਕਰਵਾ ਦਿੱਤਾ? ਤਹਿਸੀਲ ਦੇ ਪ੍ਰਾਇਮਰੀ ਸਕੂਲ 'ਚ। ਉਹਨਾਂ ਨੇ ਪਹਿਲੀ ਜਮਾਤ ਦਾ ਇਮਤਿਹਾਨ ਕਿੱਥੇ ਦਿੱਤਾ? ਬਾਠਾਂ ਵਾਲੇ। ਉਹਨਾਂ ਨੇ ਪਹਿਲੀ ਜਮਾਤ ਦਾ ਇਮਤਿਹਾਨ ਕਦੋਂ ਦਿੱਤਾ? 1898। ਬਾਠਾਂ ਵਾਲੇ ਵਿੱਚ ਪਹਿਲੀ ਜਮਾਤ ਦਾ ਇਮਤਿਹਾਨ ਲੈਣ ਕੌਣ ਆਇਆ ਸੀ? ਇੰਸਪੈਕਟਰ। ਉਹਨਾਂ ਦੇ ਸਕੂਲ ਦੇ ਹੈਡਮਾਸਟਰ ਦਾ ਨਾਂ ਕੀ ਸੀ? ਕਾਜ਼ੀ ਜਲਾਲਦੀਨ। ਬਾਕੀ ਇੰਸਪੈਕਟਰ ਤੋਂ ਉਹਨਾਂ ਨੂੰ ਕੀ ਮਿਲਿਆ ਸੀ? ਸ਼ਾਬਾਸ਼ ਮਿਲੀ ਸੀ, ਠੀਕ ਹੈ। ਫਿਰ ਅੱਗੇ ਮਿਡਲ ਸਕੂਲ ਵਿੱਚੋਂ ਕਿੱਥੇ ਦਾਖਲ ਹੋਈ ਸੀ? ਗੋਤਾ ਫਤਿਹਗੜ੍ਹ। ਫਿਰ ਉਸ ਤੋਂ ਬਾਅਦ ਕਿਹੜੇ ਸਾਲ ਵਿੱਚ? 1902 ਦੇ ਵਿੱਚ। ਓਕਲੈਟਸ ਕਿਹੜੀਆਂ ਸ਼੍ਰੇਣੀਆਂ ਵਿੱਚ ਪੜ੍ਹਾਈ ਜਾਂਦੀ ਸੀ? ਮਿਡਲ ਵਿੱਚ। ਉਹਨਾਂ ਦਾ ਬਚਪਨ ਦਾ ਨਾਂ ਨੱਥੂ ਰਾਮ, ਠੀਕ ਹੈ ਨਾ। ਸਾਹਿਬ ਸਿੰਘ ਨੇ ਕਿੱਥੋਂ ਦੇ ਹਾਈ ਸਕੂਲ ਵਿੱਚ ਜੋ ਦਾਖਲ ਹੋਈ ਸੀ, ਦਾਖਲਾ ਕਰਵਾਇਆ ਸੀ? ਪਸਰੂਰ। ਫਿਰ ਉਸ ਤੋਂ ਬਾਅਦ ਉਹਨਾਂ ਦੇ ਸਮੇਂ ਵਰਨੈਕੂਲਰ ਪਾਸ ਕਰਕੇ ਪਹਿਲੇ 2 ਸਾਲ ਕੀ ਪੜ੍ਹਨਾ ਪੈਂਦਾ ਸੀ? ਸਿਰਫ ਅੰਗਰੇਜ਼ੀ। ਮਿਡਲ ਦਾ ਨਤੀਜਾ ਆਉਣ 'ਤੇ ਉਹਨਾਂ ਦੀ ਰਾਵਲਪਿੰਡੀ ਵਿੱਚ ਕੀ ਪੋਜੀਸ਼ਨ ਆਈ ਸੀ? ਫਸਟ। ਪਸਰੂਰ ਵਿੱਚ ਬਹੁਤੀ ਵਸੋਂ ਕਿਹਨਾਂ ਲੋਕਾਂ ਦੀ ਸੀ? ਕੱਕੇਜ਼ਈ ਮੁਸਲਮਾਨਾਂ ਦੀ। ਉਹਨਾਂ ਨੇ ਦੇਵਨਾਗਰੀ ਦੇ ਅੱਖਰ ਕਿੰਨੇ ਕੁ ਦਿਨਾਂ ਵਿੱਚ ਸਿੱਖ ਲਏ? 2 ਕੁ ਦਿਨਾਂ ਦੇ ਵਿੱਚ, ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹੜੀ ਜਮਾਤ ਵਿੱਚ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ? 9ਵੀਂ ਵਿੱਚ। ਡਾਕਖਾਨੇ ਦੀ ਨੌਕਰੀ ਲੈਣ ਲਈ ਸਿਆਲਕੋਟ ਜਾ ਰਹੇ ਲੇਖਕ ਦੀ ਪਸਰੂਰ ਵਿੱਚ ਕਿਸ ਨੇ ਮਦਦ ਕੀਤੀ? ਮਾਸਟਰ ਪ੍ਰਗਟ ਸਿੰਘ ਨੇ। ਫਿਰ ਅੱਗੇ ਪੜ੍ਹਨ ਲਈ ਚਿੱਠੀ ਕਿਸ ਨੂੰ ਲਿਖੀ ਸੀ ਉਹਨਾਂ ਨੇ? ਪੰਡਿਤ ਵਿਤਸਤਾ ਪ੍ਰਸਾਦ ਜੀ ਨੂੰ। ਫਿਰ ਘਰਦਿਆਂ ਦੇ ਕਰਜ਼ਈ ਹੋਣ ਦਾ ਕਾਰਨ ਉਹਨਾਂ ਨੂੰ ਨੌਕਰੀ ਛੱਡਣੀ ਪਈ ਕਿ ਨਹੀਂ? ਕਿਹੜੀ ਨੌਕਰੀ ਛੱਡਣੀ ਪਈ? ਡਾਕਖਾਨੇ ਦੀ। ਅਤੇ ਸਾਹਿਬ ਸਿੰਘ ਦਾ ਵਿਆਹ ਕਦੋਂ ਹੋਇਆ ਸੀ? 1905 ਦੇ ਵਿੱਚ। ਜਦੋਂ ਸਾਹਿਬ ਸਿੰਘ ਲਾਹੌਰ ਵਿਖੇ ਕਾਲਜ ਵਿੱਚ ਪੜ੍ਹਨ ਲਈ ਤੁਰਿਆ ਤਾਂ ਉਸ ਕੋਲ ਕਿੰਨੇ ਰੁਪਏ ਸਨ? 2। ਕਾਲਜ ਪੜ੍ਹਾਈ ਕਰਾਉਣ ਵਿੱਚ ਸਾਹਿਬ ਸਿੰਘ ਦੀ ਮਦਦ ਕਿਸ ਨੇ ਕੀਤੀ? ਪੰਡਿਤ ਵਿਤਸਤਾ ਪ੍ਰਸਾਦ ਨੇ। ਕਿਸ ਮੁੰਡੇ ਨੇ ਪ੍ਰਿੰਸੀਪਲ ਸਾਹਿਬ ਦੀ ਗਰੀਬੀ ਉੱਤੇ ਚੋਪ ਭਰਿਆ ਮਖੌਲ ਕੀਤਾ ਸੀ? ਹਜ਼ਾਰਾ ਸਿੰਘ ਨੇ। ਫਿਰ ਅੱਗੇ ਪ੍ਰਿੰਸੀਪਲ ਸਾਹਿਬ ਸਿੰਘ ਲਾਹੌਰ
ਦੇ ਕਿਹੜੇ ਕਾਲਜ ਵਿੱਚ ਦਾਖਲ ਹੋਏ? ਗੌਰਮੈਂਟ ਕਾਲਜ ਦੇ ਵਿੱਚ। ਉਹਨਾਂ ਨੂੰ ਕਿਸ ਵਿਸ਼ੇ ਨਾਲ ਬਹੁਤ ਪਿਆਰ ਸੀ? ਸੰਸਕ੍ਰਿਤ ਦੇ ਨਾਲ। ਮੀਆਂ ਹਯਾਤ ਖਾਂ ਵੀ ਆਪਣੇ ਪਿਤਾ ਵਾਂਗ ਡੈਸ਼ ਪੰਜਾਬੀ ਦਾ ਕਵੀ। ਇੰਸਪੈਕਟਰ ਨੇ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਸ਼ਾਬਾਸ਼ ਕਿਉਂ ਦਿੱਤੀ? ਠੀਕ ਹੈ ਨਾ, ਕਿਉਂਕਿ ਉਸ ਦੁਆਰਾ ਸੁਣਾਏ ਪਹਾੜੇ ਸੁਣ ਕੇ। ਠੀਕ ਹੈ ਨਾ। ਪਿੰਡ ਦੇ ਚੜ੍ਹਦੇ ਪਾਸੇ ਤਾਂ ਇੱਕ ਲੰਮਾ ਛੱਪੜ ਸੀ ਜਿਸ ਨੂੰ ਲੋਕ ਢਾਬ ਕਹਿੰਦੇ ਸਨ। ਜਨਵਰੀ 1902 ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੇ ਪਿਤਾ ਨੇ ਉਸ ਨੂੰ ਗੋਤਾ ਫਤਿਹਗੜ੍ਹ ਦੇ ਮਿਡਲ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਤੇ ਡੈਸ਼ ਵਿੱਚ ਉਹਨਾਂ ਦਾ ਵਿਆਹ ਹੋਇਆ 1905 ਦੇ ਵਿੱਚ। ਸਾਡੇ ਦੇਸ਼ ਦਾ ਅਖਾਣ ਹੈ, ਚੋਰੀ ਯਾਰੀ ਚਾਕਰੀ ਡੈਸ਼ ਬਾਜ ਵਸੀਲੇ ਨਾ ਨਹੀਂ। ਠੀਕ ਹੈ। ਸਿਆਲਕੋਟ ਜਾਣ ਲਈ ਪ੍ਰਿੰਸੀਪਲ ਸਾਹਿਬ ਸਿੰਘ ਮਾਂ ਨੂੰ ਕਿਸੇ ਵੀ ਸਰਦੇ ਪੁੱਜਦੇ ਘਰ ਤੋਂ ਡੈਸ਼ ਮਦਦ ਨਾ ਮਿਲੀ। ਹਾਈ ਸਕੂਲ ਡੈਸ਼ ਆ ਕੇ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਵਰਜਿਸ਼ ਦਾ ਸ਼ੌਂਕ ਪਿਆ। ਠੀਕ ਹੈ ਨਾ। ਹਾਈ ਸਕੂਲ ਪਸਰੂਰ ਆ ਕੇ ਉਹਨਾਂ ਨੂੰ ਸ਼ੌਂਕ ਪਿਆ। ਸਾਹਿਬ ਸਿੰਘ ਤੇ ਮੁਹੰਮਦ ਅਸ਼ਰਫ ਨੇ ਪਸਰੂਰ ਤੋਂ ਇਕੱਠਿਆਂ 10ਵੀਂ ਪਾਸ ਕੀਤੀ। ਡਾਕਖਾਨੇ ਦੀ ਨੌਕਰੀ ਦੌਰਾਨ ਘਰ ਰਹਿ ਕੇ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਉਸਦੇ ਮਾਪੇ ਡੈਸ਼ ਹਨ, ਕਰਜ਼ਈ ਹਨ। ਠੀਕ ਗਲਤ ਦੇਖਦੇ ਹਾਂ ਬੱਚੋ ਆਪਾਂ। ਪ੍ਰਿੰਸੀਪਲ ਸਾਹਿਬ ਸਿੰਘ ਦਾ ਬਚਪਨ ਦਾ ਨਾਂ ਨੱਥੂ ਰਾਮ ਸੀ, ਸਹੀ ਹੈ। ਕਾਜ਼ੀ ਜਲਾਲਦੀਨ ਬਾਠਾਂ ਵਾਲੀ ਵਿਖੇ ਇਮਤਿਹਾਨ ਲੈਣ ਆਇਆ ਸੀ, ਗਲਤ। ਉਹਨਾਂ ਨੂੰ 6ਵੀਂ ਜਮਾਤ ਵਿੱਚ ਬਾਠਾਂ ਵਾਲੇ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ, ਬਿਲਕੁਲ ਸਹੀ। ਪ੍ਰਿੰਸੀਪਲ ਸਾਹਿਬ ਸਿੰਘ ਦੇ ਪਿੰਡ ਦੇ ਮਾਸਰ ਬਹੁਤ ਸੁਆਦਲੇ ਸਨ, ਸਹੀ। ਪ੍ਰਿੰਸੀਪਲ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਕੀਤੀ, ਸਹੀ। ਪ੍ਰਿੰਸੀਪਲ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਤੋਂ ਅਸਤੀਫਾ ਬਾਰੇ ਸੁਣ ਕੇ ਉਸਦੇ ਘਰ ਦੇ ਬਹੁਤ ਖੁਸ਼ ਹੋਏ, ਨਹੀਂ, ਗਲਤ। ਪ੍ਰਿੰਸੀਪਲ ਸਾਹਿਬ ਸਿੰਘ ਨੂੰ ਵਿਦਿਆਰਥੀ ਜੀਵਨ ਵਿੱਚ ਸੰਸਕ੍ਰਿਤੀ ਬਹੁਤ ਚੰਗੀ ਲੱਗਦੀ ਸੀ, ਸਹੀ। ਪ੍ਰਿੰਸੀਪਲ ਸਾਹਿਬ ਸਿੰਘ ਲਾਹੌਰ ਕਾਲਜ ਦੀ ਪੜ੍ਹਾਈ ਵਿੱਚ ਪੰਡਿਤ ਵਿਤਸਤਾ ਪ੍ਰਸਾਦ ਨੇ ਉਹਨਾਂ ਦੀ ਮਦਦ ਕੀਤੀ ਸੀ, ਬਿਲਕੁਲ ਸਹੀ। ਬੱਚੋ ਇਹ ਸਨ ਖਾਲੀ ਥਾਵਾਂ, ਪ੍ਰਸ਼ਨ ਉੱਤਰ ਵੱਡੇ ਛੋਟੇ ਅਤੇ ਪੂਰੀ ਜੋ ਆਪਾਂ ਸਵੈ ਜੀਵਨੀ ਅੰਸ਼ ਆਪਾਂ ਪੂਰਾ ਪੜ੍ਹ ਚੁੱਕੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਸਮਝ ਆਇਆ ਹੋਏਗਾ। ਠੀਕ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।